ਬੀਕਮ ਭਾਗ ਤੀਸਰਾ, BA ਅਤੇ BSc ਭਾਗ ਤੀਸਰਾ ਦੇ ਪੰਜਾਬੀ ਲਾਜ਼ਮੀ ਦੇ ਵਿਦਿਆਰਥੀਓ, ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤਾ ਗਿਆ ਨਾਵਲ ਇਹੋ ਹਮਾਰਾ ਜੀਵਨਾ, ਜਿਸ ਦੀ ਲੇਖਿਕਾ ਡਾਕਟਰ ਦਲੀਪ ਕੌਰ ਟਿਵਾਣਾ ਹਨ, ਬਾਰੇ ਆਪਾਂ ਪਿਛਲੇ ਕਈ ਦਿਨਾਂ ਤੋਂ ਲੈਕਚਰ ਦੇ ਰਹੇ ਹਾਂ। ਅੱਜ ਅਸੀਂ 13ਵੇਂ ਕਾਂਡ ਦੀ ਗੱਲ ਕਰਾਂਗੇ ਇਸ ਲੈਕਚਰ ਦੇ ਵਿੱਚ। ਇਸ ਤੋਂ ਬਾਅਦ ਇੱਕ ਕਾਂਡ ਹੋਰ ਰਹਿ ਜਾਏਗਾ ਤੇ ਤੁਹਾਡਾ ਨਾਵਲ ਦਾ ਜਿਹੜਾ ਸਾਰਾ ਵਿਸ਼ਾ ਹੈ ਉਹ ਖਤਮ ਹੋ ਜਾਵੇਗਾ, ਇਹਦਾ ਪਾਠ ਦੀ ਪੜ੍ਹਤ ਖਤਮ ਹੋ ਜਾਵੇਗੀ। ਜਿਹੜਾ ਅੱਜ ਦਾ ਚੈਪਟਰ ਹੈਗਾ, ਅੱਜ ਦਾ ਜਿਹੜਾ ਕਾਂਡ ਹੈਗਾ, ਜਾਂ ਅੱਜ ਦੇ ਜਿਸ ਲੈਕਚਰ ਦੇ ਵਿੱਚ ਜਿਹੜੀ ਆਪਾਂ ਗੱਲ ਕਰਨੀ ਹੈ, ਉਹ ਭਾਨੀ ਦੀ ਹਾਲਤ ਹੈ ਜਿਹੜੀ ਨਰੈਣ ਦੇ ਘਰ, ਉਹ ਕਿਸ ਢੰਗ ਦੇ ਨਾਲ ਪਤਲੀ ਪੈ ਰਹੀ ਹੈ, ਕਿਸ ਤਰ੍ਹਾਂ ਉਹਦੀ ਹੋਂਦ ਖਤਰੇ ਦੇ ਵਿੱਚ ਹੈ, ਜਾਂ ਉਹਦੀ ਜਿਹੜੀ ਸਥਿਤੀ ਹੈ ਘਰ ਦੇ ਵਿੱਚ ਉਹ ਡਾਮਾਡੋਲ ਹੋ ਰਹੀ ਹੈ, ਇਹਦੇ ਬਾਰੇ ਗੱਲ ਕੀਤੀ ਗਈ ਹੈ 13 ਨੰਬਰ ਕਾਂਡ ਦੇ ਵਿੱਚ। ਔਰ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਭਾਨੋ ਲਗਾਤਾਰ ਆਪਣੇ ਹੱਕ ਨਰੈਣ ਦੇ ਘਰੋਂ ਖੋ ਰਹੀ ਹੈ ਤੇ ਉਹਨਾਂ ਹੱਕਾਂ ਦੇ ਉੱਪਰ ਭਾਗਵੰਤੀ ਲਗਾਤਾਰ ਕਾਬਜ ਹੋ ਰਹੀ ਹੈ। ਜਿਹੜੀ ਸਪੇਸ ਭਾਨੀ ਛੱਡ ਰਹੀ ਹੈ ਉਹ ਸਾਰੀ ਸਪੇਸ ਦੀ ਮਾਲਕ ਭਾਗਵੰਤੀ ਬਣ ਰਹੀ ਹੈ। ਇਹ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਵੀ ਇਦਾਂ ਹੀ ਵਾਪਰ ਰਿਹਾ ਹੈਗਾ। ਔਰਤ ਨੇ ਜਿਹੜੀ ਵੀ ਸਪੇਸ ਛੱਡ ਰਹੀ ਹੈ, ਬੇਸ਼ੱਕ ਉਹ ਮਰਦ ਲਈ ਛੱਡੀ ਹੈ ਜਾਂ ਔਰਤ ਲਈ ਛੱਡੀ ਹੈ, ਉਸ ਦੀ ਸਪੇਸ ਦੇ ਉੱਪਰ ਜਦੋਂ ਦੂਸਰਾ ਕਾਬਜ ਹੋ ਜਾਂਦਾ ਹੈ ਤਾਂ ਔਰਤ ਦੀ ਜਿਹੜੀ ਹੋਂਦ ਹੈਗੀ ਹੈ ਉਹ ਡਾਵਾਡੋਲ ਹੁੰਦੀ ਹੈ, ਜਾਂ ਉਹਦੀ ਜਿਹੜੀ ਸਥਿਤੀ ਹੈਗੀ ਹੈ ਸਮਾਜ ਦੇ ਵਿੱਚ, ਘਰ ਦੇ ਵਿੱਚ ਜਾਂ ਆਪਣੇ ਕੁਣਬੇ ਦੇ ਵਿੱਚ, ਉਹ ਪਤਲੀ ਪੈ ਜਾਂਦੀ ਹੈ, ਉਹ ਅਸਥਿਰ ਹੋ ਜਾਂਦੀ ਹੈ ਔਰ ਉਹ ਮਾਨਸਿਕ ਦਬਾਵਾਂ ਦਾ ਸ਼ਿਕਾਰ ਹੋ ਜਾਂਦੀ ਹੈ ਔਰਤ, ਔਰ ਔਰਤ ਦੂਸਰਿਆਂ ਦੇ ਉੱਪਰ ਨਿਰਭਰ ਹੋਣਾ ਸ਼ੁਰੂ ਹੋ ਜਾਂਦੀ ਹੈ। ਇਸ ਕਾਂਡ ਦੇ ਵਿੱਚ ਅਸੀਂ ਦੇਖਾਂਗੇ ਕਿ ਕਿਸ ਢੰਗ ਦੇ ਨਾਲ ਭਾਗਵੰਤੀ ਲਗਾਤਾਰ ਉਸ ਨੂੰ ਪ੍ਰੈਸ਼ਰ ਦੇ ਵਿੱਚ ਲਿਆ ਰਹੀ ਹੈ, ਲਗਾਤਾਰ ਉਸ ਤੇ ਦਬਾਅ ਬਣਾ ਰਹੀ ਹੈ ਕਿ ਉਹ ਘਰ ਛੱਡ ਕੇ ਚਲੀ ਜਾਵੇ। ਨਰੈਣ ਹੌਲੀ ਹੌਲੀ ਇਸ ਸਥਿਤੀ ਦੇ ਵਿੱਚ ਪਹੁੰਚ ਜਾਂਦਾ, ਉਹ ਵੀ ਭਾਗਵੰਤੀ ਦਾ ਸਾਥ ਦੇਣਾ ਸ਼ੁਰੂ ਕਰ ਦਿੰਦਾ ਔਰ ਭਾਗਵੰਤੀ ਅਤੇ ਨਰੈਣ, ਭਾਗਵੰਤੀ ਤਾਂ ਸਿੱਧੇ ਰੂਪ ਦੇ ਵਿੱਚ ਹੀ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਕਰਦੀ ਹੈ ਭਾਨੀ ਨੂੰ, ਔਰ ਸਰੀਰਕ ਤੌਰ ਦੇ ਉੱਪਰ ਵੀ ਉਹਦੇ ਧੌਲ ਧੱਫਾ ਕਰਦੀ ਹੈ। ਇਹ ਕੀ ਹੈ ਕਿ ਜਿਹੜੀ ਭਾਨੀ ਦੀ ਹਾਲਤ ਹੈ ਨਾ, ਉਹ ਬਹੁਤ ਹੀ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਬਹੁਤ ਹੀ ਤਰਸਯੋਗ ਹੋ ਜਾਂਦੀ ਹੈ। ਇਹ ਤਰਸਯੋਗ ਹਾਲਤ ਦੇ ਵਿੱਚ ਭਾਨੀ ਡਾਵਾਡੋਲ ਰਹਿਣ ਲੱਗ ਜਾਂਦੀ ਹੈ, ਮਾਨਸਿਕ ਤੌਰ ਦੇ ਉੱਪਰ ਵੀ ਉਹ ਅਸਥਿਰ ਹੋ ਜਾਂਦੀ ਹੈ ਔਰ ਉਹ ਆਪਣਾ ਆਪਾ ਖੋਜ ਰਹੀ ਹੈ ਸਮਾਜ ਦੇ ਵਿੱਚ, ਨਰੈਣ ਦੇ ਘਰ ਦੇ ਵਿੱਚ ਜਾਂ ਨਰੈਣ ਦੇ ਪਿੰਡ ਦੇ ਵਿੱਚ, ਪਰ ਉਸ ਨੂੰ ਆਪਣੀ ਹੋਂਦ ਕਦੋਂ ਲੱਭ ਨਹੀਂ ਰਹੀ। ਇਸੇ ਕਰਕੇ ਉਹ ਹਰ ਇੱਕ ਗੱਲ ਦੇ ਉੱਪਰ ਆਪਣੇ ਆਪ ਹੀ ਸੋਚਦੀ ਰਹਿੰਦੀ ਹੈ, ਆਪਣੇ ਮਨ ਦੇ ਵਿੱਚ, ਉਹਦੇ ਦਿਲ ਦੇ ਵਿੱਚ ਜਾਂ ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਚੱਲਦੀਆਂ ਰਹਿੰਦੀਆਂ ਔਰ ਉਹ ਇਹਨਾਂ ਕਹਾਣੀਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਗੁਜ਼ਾਰਦੀ ਹੈਗੀ ਹੈ, ਵੱਖ-ਵੱਖ ਤਰ੍ਹਾਂ ਦੇ ਪ੍ਰੈਸ਼ਰ 'ਚ ਸਹਾਰਦੇ ਹੋਏ ਆਪਣੀ ਜ਼ਿੰਦਗੀ ਨੂੰ ਗੁਜ਼ਾਰਦੀ ਹੈਗੀ ਹੈ। ਆਪਾਂ ਇਸ ਚੈਪਟਰ ਦੀ ਅੱਜ ਪੜ੍ਹ ਲੈਂਦੇ ਹਾਂ, ਉਸ ਤੋਂ ਬਾਅਦ ਦੇਖਦੇ ਹਾਂ ਕਿ ਭਾਨੀ ਦੀ ਜਿਹੜੀ ਹਾਲਤ ਆ ਉਹ ਕਿਸ ਢੰਗ ਦੀ ਇਸ ਚੈਪਟਰ ਦੇ ਵਿੱਚ ਆ ਕੇ ਹੁੰਦੀ ਹੈ। ਔਰ ਕਿਉਂਕਿ ਹੁਣ ਨਾਵਲਕਾਰਾ ਇਸ ਤੋਂ ਬਾਅਦ ਅਗਲੇ ਕਾਂਡ ਦੇ ਵਿੱਚ ਜਾ ਕੇ ਨਾਵਲ ਖਤਮ ਹੋ ਜਾਊਗਾ ਔਰ ਭਾਨੀ ਦੇ ਸਮੁੱਚੇ ਦੁਖਾਂਤ ਦੇ ਉੱਪਰ ਚੰਗੀ ਤਰ੍ਹਾਂ ਨਾਲ ਪਰਦਾ ਵੀ ਉੱਠ ਜਾਊਗਾ। ਹੁਣ ਇਸ ਕਾਂਡ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਭਾਨੀ ਦੇ ਦੁਖਾਂਤ ਦੇ ਲਈ ਕਿਹੜੇ ਕਿਹੜੇ ਕਾਰਨ ਆ ਜਿਹੜੇ ਜ਼ਿੰਮੇਵਾਰ ਬਣਦੇ ਆ, ਕਿਸ ਢੰਗ ਦੇ ਨਾਲ ਭਾਨੀ ਨਰੈਣ ਦੇ ਘਰ ਦੇ ਵਿੱਚ ਹੀ ਬੇਗਾਨੀ ਹੋ ਜਾਂਦੀ ਹੈ, ਜਿਸ ਘਰ ਨੂੰ ਉਹਨੇ ਸਵਾਰਿਆ ਸੀ, ਜਿਸ ਘਰ ਦੀ ਉਹਨੇ ਦਿੱਖ ਵਧੀਆ ਬਣਾ ਦਿੱਤੀ ਸੀ, ਜਿਸ ਘਰ ਦੇ ਵਿੱਚ ਰਹਿਣ ਯੋਗ ਥਾਂ ਬਣ ਗਈ ਸੀ, ਔਰ ਨਰੈਣ ਵੀ ਆਪਣੇ ਪਿੰਡ ਦੇ ਵਿੱਚ, ਆਪਣੇ ਕੁਣਬੇ ਦੇ ਵਿੱਚ, ਆਪਣੇ ਸਮਾਜ ਦੇ ਵਿੱਚ ਇੱਕ ਵਧੀਆ ਇਨਸਾਨ ਤੌਰ ਤੇ ਸਥਾਪਿਤ ਕਰ ਦਿੱਤਾ ਸੀ ਭਾਨੀ ਨੇ, ਆਪਣੀ ਮਿਹਨਤ ਸਦਕਾ, ਆਪਣੀ ਲਿਆਕਤ ਸਦਕਾ। ਪਰ ਉਸ ਦੀ ਆਪਣੀ ਜਿਹੜੀ ਅੱਜ ਹੋਂਦ ਹੈਗੀ ਹੈ ਉਸ ਘਰ ਦੇ ਵਿੱਚ ਡਾਮਾਡੋਲ ਹੈ, ਅਸਥਿਰ ਹੈ, ਉਹ ਦੁਖੀ ਹਾਲਤ ਦੇ ਵਿੱਚ ਹੈ। ਇਸ ਬਾਰੇ ਆਪਾਂ ਹੁਣ ਚਰਚਾ ਕਰਦੇ ਹਾਂ, ਇਸ ਕਾਂਡ ਨੂੰ ਆਪਾਂ ਪੜ੍ਹਦੇ ਹਾਂ, ਫਿਰ ਦੇਖਾਂਗੇ ਆਪਾਂ ਅੱਗੇ ਕਿਸ ਢੰਗ ਦੇ ਨਾਲ ਨਾਵਲਕਾਰਾਂ ਨੇ ਉਸ ਦੀ ਸਥਿਤੀ ਨੂੰ ਪੇਸ਼ ਕੀਤਾ ਹੈ। ਗਰਮੀ ਦੀ ਰੁੱਤ ਲੰਘ ਗਈ, ਸਰਦੀ ਦੀ ਰੁੱਤ ਆ ਗਈ, ਹੁਣ ਸਰਦੀ ਵੀ ਲੰਘ ਚਲੀ ਸੀ। ਇਹ ਰੁੱਤਾਂ ਦਾ ਹੇਰ ਫੇਰ ਹੈ ਪੰਜਾਬ ਦੇ ਵਿੱਚ। ਜਿਹੜਾ ਰੁੱਤ ਆਉਂਦੀ ਹੈ, ਇੱਕ ਰੁੱਤ ਆਉਂਦੀ ਹੈ, ਉਸ ਤੋਂ ਬਾਅਦ ਅਗਲੀ ਰੁੱਤ ਆਉਂਦੀ ਹੈ, 2-2 ਮਹੀਨੇ ਬਾਅਦ ਰੁੱਤ ਆਪਣਾ ਰੰਗ ਦਿਖਾਉਂਦੀ ਹੈ। ਨਰੈਣ ਬਾਹਰ ਬੜਿਆ ਹੀ ਸੀ ਜਦ ਭਾਨੋ ਬਾਹਰ ਨੂੰ ਤੁਰ ਚੱਲੀ। ਬਾਹਰ ਹੁੰਦਾ ਹੈਗਾ ਦਰਵਾਜ਼ੇ ਦੇ ਵਿੱਚੋਂ ਵੜਦਾ ਹੀ ਹੈ ਬਾਹਰੋਂ ਆ ਕੇ, ਭਾਨੋ ਉਹਨੂੰ ਗੇਟ ਤੇ ਮਿਲਦੀ ਹੈ, ਦਰਵਾਜ਼ੇ ਤੇ ਮਿਲਦੀ ਹੈ। ਮੱਖਾਂ ਭਾਨੋ ਕਿੱਥੇ ਚੱਲੀ, ਨਰੈਣ ਨੂੰ ਸਵਾਲ ਕਰਦਾ। ਨਰੈਣ ਨੇ ਜਰਾ ਖਿੱਝ ਕੇ ਪੁੱਛਿਆ। ਹੁਣ ਨਰੈਣ ਉਹ ਤੇ ਖਿੱਚਣਾ ਸ਼ੁਰੂ ਕਰ ਦਿੰਦਾ, ਨਰੈਣ ਵੀ ਉਹਦੇ ਤੇ ਲਗਾਤਾਰ ਔਖਾ ਰਹਿਣ ਲੱਗ ਜਾਂਦਾ।
ਮੈਂ ਪ੍ਰਤਾਪੀ ਕਾ ਬੁੜਾ ਮਰ ਗਿਆ ਸੀ ਨਾ, ਉਹਨਾਂ ਦੇ ਬੈਠਣ ਚੱਲੀਆਂ। ਤੈਂ ਠੇਕਾ ਤਾਂ ਨਹੀਂ ਲਿਆ ਹੋਇਆ ਬਈ ਜਿਹਦੇ ਵੀ ਕੋਈ ਮਰ ਜਾਵੇ ਉਸ ਨੂੰ ਤੈਂ ਹੀ ਜਾ ਕੇ ਰੋਣਾ ਹੈ, ਅਗਲਾ ਭਾਵੇਂ ਰੋਵੇ ਭਾਵੇਂ ਨਾ, ਇਹ ਉਹੀ ਅੱਖਾਂ ਸੁਜਾਈ ਫਿਰੂ, ਕਿਸੇ ਨੂੰ ਕੋਈ ਕੌਣ ਰੋਂਦਾ ਹੈ, ਸਭ ਆਪਣਿਆਂ ਨੂੰ ਰੋਂਦੇ ਨੇ। ਭਾਨੀ ਅੱਗੋਂ ਜਵਾਬ ਦੇ ਰਹੀ ਹੈ ਨਰੈਣ ਨੂੰ, ਮੈਨੂੰ ਲੱਗਦਾ ਹੈ ਮੈਨੂੰ ਤਾਂ ਤੂੰ ਜਿਉਂਦੇ ਨੂੰ ਹੀ ਰੋਣ ਲੱਗ ਪਈ ਬਈ ਮਰੇ ਤੋਂ ਖਬਰ ਹੈ ਰੋਣਾ ਆਊ ਕਿ ਨਾ। ਮਖਾ ਜੀ ਸੁੱਖ ਦੇ ਬੋਲ ਬੋਲ ਕੀ ਬੁਰੇ ਬਚਨ ਮੂੰਹੋਂ ਕੱਢੀ ਜਾਂਦਾ ਹੈ, ਭਾਨੋ ਨੇ ਨਹੋਰੇ ਨਾਲ ਕਿਹਾ। ਅਸਲ ਦੇ ਵਿੱਚ ਭਾਨੋ ਮਾਨਸਿਕ ਤੌਰ ਤੇ ਜਿਹੜੀ ਪਰੇਸ਼ਾਨ ਹੈਗੀ ਹੈ, ਕਿਤੇ ਨਾ ਕਿਤੇ ਉਹਦਾ ਜ਼ਿੰਮੇਵਾਰ ਨਰੈਣ ਵੀ ਹੈ, ਪਰ ਫਿਰ ਵੀ ਉਹ ਨਰੈਣ ਦੇ ਬਾਰੇ ਬੁਰਾ ਨਹੀਂ ਸੋਚਦੀ, ਨਰੈਣ ਦੀ ਭਲਾਈ ਬਾਰੇ ਹੀ ਸੋਚ ਰਹੀ ਹੈ। ਇਹ ਡਾਇਲਾਗ ਚੋਂ ਪਤਾ ਲੱਗਦਾ ਹੈ। ਕਹਿੰਦੀ ਇੱਕ ਸੁੱਖ ਦੇ ਬੋਲ ਬੋਲ ਤੇ ਬੁਰੇ ਬਚਨ ਮੂੰਹੋਂ ਨਹੀਂ ਕੱਢੀ ਦੇ ਹੁੰਦੇ, ਤੂੰ ਤਾਂ ਸੁੱਖੀ ਵਸੇ, ਮੈਂ ਤਾਂ ਇਹੀ ਪਰਮਾਤਮਾ ਦੇ ਅੱਗੇ ਅਰਜ਼ ਕਰ ਰਹੀ ਹਾਂ। ਨਾ ਮੈਂ ਪੁੱਛਦਾ ਬਈ ਜਦੋਂ ਮੈਂ ਘਰ ਵੜਦਾ ਤੂੰ ਬਾਹਰ ਨੂੰ ਕਿਉਂ ਤੁਰ ਪੈਂਦੀ ਹੈ? ਮੇਰਾ ਨਾ ਜੀ ਜਾਣੀ ਹੌਲ ਜੇ ਉੱਠਦੇ ਰਹਿੰਦੇ ਨੇ, ਫਿਰ ਜੀ ਕਰਦਾ ਹੈ ਜਾਣੀ ਰੋਈਏ ਚੜ ਜਾ। ਹੁਣ ਉਹਦਾ ਘਰ ਨਹੀਂ ਜੀ ਲੱਗਦਾ, ਉਹਦਾ ਸਮਾਜ ਦੇ ਵਿੱਚ ਜੀ ਨਹੀਂ ਲੱਗਦਾ, ਉਸਦਾ ਪਿੰਡ ਦੇ ਵਿੱਚ ਜੀ ਨਹੀਂ ਲੱਗਦਾ। ਅਸਲ ਦੇ ਵਿੱਚ ਉਸ ਨੂੰ ਘਰ ਦੇ ਵਿੱਚ ਇੰਨਾ ਕੁ ਦੁਖੀ ਕਰ ਦਿੱਤਾ ਗਿਆ ਕਿ ਉਹਦੀ ਹਾਲਤ ਇੱਕ ਪਸ਼ੂ ਦੇ ਨਾਲੋਂ ਵੀ ਬੁਰੀ ਹੋ ਗਈ ਹੈ। ਉਸ ਦੀ ਹਾਲਤ ਬੜੀ ਹਾਸੋਹੀਣੀ ਹੋ ਗਈ ਹੈ। ਨਾਵਲਕਾਰਾਂ ਨੇ ਇਹ ਗੱਲ ਬਾਰ-ਬਾਰ ਦੱਸੀ ਹੈ ਇਸ ਨਾਵਲ ਦੇ ਵਿੱਚ। ਜਦੋਂ ਉਸ ਦੇ ਹੱਕ ਉਦੋਂ ਖੋਏ ਜਾਂਦੇ ਆ, ਪਹਿਲਾਂ ਹੀ ਹੱਕ ਉਹਦੇ ਕੋਲੇ ਵਿਚਾਰੀ ਕੋਲੇ ਕਿੰਨੇ ਸੀਗੇ, ਪਰ ਉਹ ਹੱਕ ਵੀ ਉਹ ਤੋਂ ਖੋਹ ਲਏ ਜਾਂਦੇ ਆ, ਤਾਂ ਉਹਦਾ ਜਿਉਣਾ ਉਸ ਘਰ ਦੇ ਵਿੱਚ ਦੁੱਭਰ ਹੋ ਜਾਂਦਾ ਹੈ। ਇਸੇ ਕਰਕੇ ਉਹ ਡਾਇਲੋਗ ਨਰੈਣ ਨੂੰ ਸੁਣਾਉਂਦੀ ਹੈ, ਬੋਲਦੀ ਹੈ ਕਿ ਮੇਰੇ ਨਾ ਜੀ ਜਾਣੀ ਹੌਲ ਜੇ ਉੱਠਦੇ ਰਹਿੰਦੇ ਨੇ, ਫਿਰ ਜੀ ਕਰਦਾ ਜਾਣੀ ਰੋਈਏ ਚੜ ਜਾ। ਮੈਂ ਕਿਹਾ ਜੀ ਘਰ ਰਹੂ ਤਾਂ ਕੋਈ ਡੱਕਾ ਦੂਰਾ ਕਰਨਾ ਪੈ ਜੂ। ਹੁਣ ਅੱਗੇ ਭਾਗਵੰਤੀ ਕੀ ਕਹਿ ਰਹੀ ਹੈ, ਕਹਿੰਦੀ ਮੈਂ ਕਿਹਾ ਜੀ ਘਰ ਰਹੂ ਤਾਂ ਕੋਈ ਡੱਕਾ ਦੂਰਾ ਕਰਨਾ ਪੈ ਜੂ, ਦੇਖ ਲੈ ਮੇਰਾ ਅੰਤ ਹੀ ਲੈਣਾ ਹੈ ਨਾ ਕੋਈ, ਉੱਤੋਂ ਕਿਹੜਾ ਹਾਲ ਹੈ, ਫਿਰ ਵੀ ਸਾਰਾ ਪਿੱਟਣਾ ਆਪ ਹੀ ਫੂਕਣਾ ਪੈਂਦਾ ਹੈ। ਭਾਗਵੰਤੀ ਨੇ ਅੰਦਰੋਂ ਸੰਭਰ ਕੇ ਕੂੜਾ ਬਾਹਰ ਸੁੱਟਦਿਆਂ ਕਿਹਾ। ਅਸਲ ਦੇ ਵਿੱਚ ਭਾਗਵੰਤੀ ਕੋਈ ਵੀ ਅਜਿਹਾ ਮੌਕਾ ਜਾਣ ਨਹੀਂ ਦਿੰਦੀ ਜਿਸ ਦੇ ਵਿੱਚ ਉਹ ਨਰੈਣ ਦੇ ਕੰਨ ਭਰ ਸਕੇ ਤੇ ਭਾਨੀ ਦੇ ਖਿਲਾਫ ਉਹਨੂੰ ਭਟਕਾ ਸਕੇ। ਅਸਲ ਦੇ ਵਿੱਚ ਜਿਹੜੇ ਸਾਰੇ ਕੰਮ ਤਾਂ ਭਾਨੀ ਕਰਦੀ ਹੈ ਉਸ ਘਰ ਦੇ, ਪਹਿਲਾਂ ਵੀ ਉਹੀ ਕਰਦੀ ਸੀ, ਹੁਣ ਵੀ ਉਹੀ ਕਰਦੀ ਹੈ, ਪਰ ਫਿਰ ਵੀ ਜਦੋਂ ਨਰੈਣ ਆਉਂਦਾ ਹੈ ਉਦੋਂ ਭਾਗਵੰਤੀ ਹਰਕਤ ਦੇ ਵਿੱਚ ਆ ਜਾਂਦੀ ਹੈ ਔਰ ਇਹ ਲੱਗਦਾ ਹੈ ਕਿ ਜਿਵੇਂ ਸਾਰਾ ਕੰਮ ਘਰ ਦਾ ਖੁਦ ਭਾਗਵੰਤੀ ਹੀ ਕਰਦੀ ਹੁੰਦੀ ਹੈ। ਤੇ ਉਹ ਜਿਹੜੀ ਇਸ ਨਾਵਲ ਦੀ ਪ੍ਰਮੁੱਖ ਪਾਤਰ ਹੈਗੀ ਹੈ ਭਾਨੋ, ਉਹ ਕੋਈ ਵੀ ਕੰਮ ਕਰਦਾ ਨਹੀਂ ਕਰਦੀ, ਇਸ ਤਰ੍ਹਾਂ ਦਾ ਉਹਨੂੰ ਜਚਾ ਦਿੱਤਾ ਜਾਂਦਾ ਨਰੈਣ ਨੂੰ। ਭਾਨੋ ਤੂੰ ਹੁਣ ਪ੍ਰਾਹੁਣੀ ਤਾਂ ਨਹੀਂ ਆਈ ਹੋਈ, ਅੱਗੇ ਵੀ ਤਾਂ ਸਾਰਾ ਕੰਮ ਕਰਦੀ ਸੀ, ਹੁਣ ਕਰਦੀ ਨੂੰ ਕੀ ਵੱਢ ਪੈਂਦੀ ਹੈ? ਨਰੈਣ ਨੇ ਜਰਾ ਖਿਝ ਕੇ ਕਿਹਾ। ਜਿਹੜਾ ਕੁਛ ਭਾਗਵੰਤੀ ਆਖਦੀ ਹੈ ਉਹ ਤਾਂ ਕਰ ਹੀ ਦਿੰਨੀ ਆ। ਹੁਣ ਅੱਗੋਂ ਕਹਿੰਦੀ ਹੈ ਕਿ ਜਿਹੜਾ ਵੀ ਕੁਛ ਮੈਨੂੰ ਭਾਗਵੰਤੀ ਕਹਿ ਦਿੰਦੀ ਹੈ ਘਰ ਦੇ ਕੰਮ, ਦੇਖੋ ਕਿਸੇ ਟਾਈਮ ਖੁਦ ਉਹ ਮਾਲਕ ਸੀ ਘਰ ਦੀ, ਬੜੀ ਸਮਝਦਾਰ ਔਰਤ, ਸਾਰੇ ਕੰਮ ਬੜੇ ਲਿਆਕਤ ਨਾਲ ਕਰਦੀ ਸੀ, ਆਪਾਂ ਨਾਵਲ ਦੇ ਪਿਛਲੇ ਕਾਂਡਾਂ 'ਚ ਦੇਖਿਆ। ਪਰ ਇੱਥੇ ਜਿਹੜੇ ਉਹ ਕੰਮ ਕਰਦੀ ਆ ਉਹ ਵੀ ਹੁਕਮ ਦੇ ਅਧੀਨ ਹੀ ਕਰ ਰਹੀ ਹੈ। ਭਾਗਵੰਤੀ ਜਿਹੜਾ ਮੈਨੂੰ ਹੁਕਮ ਕਰ ਦਿੰਦੀ ਹੈ ਮੈਂ ਉਹੀ ਕੰਮ ਕਰਦੀ ਆ, ਗੋਹਾ ਕੂੜਾ ਕਰ ਦਿੰਨੀ ਆ, ਭਾਂਡੇ ਮਾਂਜ ਦਿੰਨੀ ਆ, ਲੀੜੇ ਧੋ ਦਿੰਨੀ ਆ, ਜਦੋਂ ਕਹਿੰਦੀ ਹੈ ਰੋਟੀ ਵੀ ਲਾ ਦਿੰਨੀ ਆ। ਭਾਨੋ ਨੇ ਕਾਲੀ ਕਾਲੀ ਆਪਣੇ ਹੱਥਾਂ ਦੀਆਂ ਉਂਗਲਾਂ ਮਟਕਾਉਂਦਿਆਂ ਕਿਹਾ। ਹੁਣ ਦੇਖੋ ਇਹੀ ਕੰਮ ਹੁੰਦੇ ਆ ਘਰਾਂ ਦੇ ਵਿੱਚ, ਵਿਦਿਆਰਥੀ ਉਹ ਸਾਰੇ ਕੰਮ ਉਹ ਕਰਦੀ ਹੈ, ਫਿਰ ਵੀ ਭਾਗਵੰਤੀ ਉਹ ਤੇ ਦੁਖੀ ਹੈ। ਭਾਗਵੰਤੀ ਅਸਲ ਦੇ ਵਿੱਚ ਉਹਦੀ ਹੋਂਦ ਨਹੀਂ ਚਾਹੁੰਦੀ ਉਸ ਘਰ ਦੇ ਵਿੱਚ, ਉਹਨੂੰ ਆਏ ਆ ਏਦਾਂ ਵੀ ਭਾਨੀ ਇਸ ਘਰ ਨੂੰ ਛੱਡ ਕੇ ਚਲੀ ਜਾਵੇ, ਸਿੱਧੀ ਤੇ ਸਪਸ਼ਟ ਗੱਲ ਇਹੀ ਹੈ। ਪਰ ਕਿਉਂਕਿ ਨਰੈਣ ਸਮਾਜਿਕ ਦਬਾਅ ਕਰਕੇ ਦੇਖ ਲਓ ਜਾਂ ਸਮਾਜ ਦੇ ਵਿੱਚ ਆਪਣੀ ਇੱਜ਼ਤ ਕਰਕੇ ਉਹਨੂੰ ਇਸ ਤਰ੍ਹਾਂ ਨਾਲ ਸਿੱਧੇ ਰੂਪ ਦੇ ਵਿੱਚ ਘਰ ਤੋਂ ਕੱਢਣਾ ਨਹੀਂ ਚਾਹੁੰਦਾ। ਜਿਹੜਾ ਕੁਛ ਭਾਗਵੰਤੀ ਆਖਦੀ ਹੈ ਕਹਿੰਦੀ ਮੈਂ ਕਰੀ ਜਾਂਦੀ ਹਾਂ, ਤੇ ਫਿਰ ਵੀ ਪਤਾ ਨਹੀਂ ਕੀ ਚਾਹੁੰਦੀ ਹੈ ਇਹ। ਭਾਗਵੰਤੀ ਕਨੱਖੀ ਭਾਨੋ ਵੱਲ ਝਾਕਦੀ ਬੋਲੀ, ਮੈਂ ਤਾਂ ਜੀ ਰੱਬ ਜੱਗ ਤੋਂ ਡਰਦੀ ਕਦੇ ਤੈਨੂੰ ਦੱਸਦੀ ਨਹੀਂ। ਭਾਨੋ ਤਾਂ ਜਦੋਂ ਤੂੰ ਘਰ ਨਹੀਂ ਹੁੰਦਾ ਕਦੇ ਆਪੇ ਬੈਠ ਕੇ ਗੀਤ ਗਾਉਣ ਲੱਗ ਜਾਂਦੀ ਹੈ, ਕਦੀ ਕੀਰਨੇ ਪਾਉਣ ਬੈਠ ਜਾਂਦੀ ਹੈ। ਖਬਰ ਨਹੀਂ ਕਿਹਦੇ ਗੀਤ ਗਾਉਂਦੀ ਹੈ ਤੇ ਕੌਣ ਮਰ ਗਿਆ ਇੱਥੇ ਜਿਹਦੇ ਕੀਰਨੇ ਪਾਉਂਦੀ ਹੈ। ਦੇਖਣਾ ਜੀ ਲੋਕ ਆਪਣੇ ਘਰਾਂ ਦੀ 100 ਸੁੱਖ ਮਨਾਉਂਦੇ ਨੇ ਤੇ ਇਹ ਹੈ। ਹੁਣ ਦੇਖੋ ਉਹਦੇ ਖਿਲਾਫ ਹੀ ਉਹ ਸਾਰੀਆਂ ਗੱਲਾਂ ਕਹਿ ਰਹੀ ਹੈ ਭਾਗਵੰਤੀ, ਜਦ ਕਿ ਕਦੇ ਵੀ ਇਸ ਘਰ ਦਾ ਮਾੜਾ ਨਹੀਂ ਚਾਹੁੰਦੀ ਭਾਨੋ, ਫਿਰ ਵੀ ਉਹਦੇ ਖਿਲਾਫ ਨਰੈਣ ਨੂੰ
ਭੜਕਾਇਆ ਜਾ ਰਿਹਾ। ਅੱਗੋਂ ਨਰੈਣ ਨੂੰ ਪੁੱਛਦਾ, ਕਿਉਂ ਭਾਨੋ? ਨਰੈਣ ਉਸ ਵੱਲ ਘੂਰ ਕੇ ਝਾਕਿਆ। ਭਾਨੋ ਨੂੰ ਡਰ ਜਾ ਲੱਗਿਆ, ਫੇਰ ਨਾ ਕਿਤੇ ਨਰੈਣ ਕੁੱਟਣ ਲੱਗ ਜੇ। ਉਹ ਸੰਤੀ ਦੇ ਘਰ ਵੱਲ ਝਾਕੀ। ਹੁਣ ਦੇਖੋ ਉਹਦੇ ਮਨ ਦੇ ਵਿੱਚ ਇੱਕ ਡਰ ਹੈ, ਉਹਨੂੰ ਨਰੈਣ ਵੀ ਕੁੱਟਦਾ ਤੇ ਉਸ ਨੂੰ ਭਾਗਵੰਤੀ ਵੀ ਕੁੱਟਦੀ ਹੈ। ਇਸ ਘਰ ਦੀ ਮਾਲਕਣ ਅੱਜ ਇੱਕ ਰੋਟੀ ਦੀ ਖਾਤਰ ਜਾਂ ਇੱਕ ਢਿੱਡ ਭਰਨ ਦੀ ਖਾਤਰ ਉਸ ਘਰ ਦੇ ਨਾਲ ਜੁੜੀ ਹੋਈ ਹੈ ਤੇ ਉਸ ਘਰ ਦੇ ਵਿੱਚ ਉਹਦੀ ਹਾਲਤ ਪਸ਼ੂ ਦੇ ਨਾਲੋਂ ਵੀ ਮਾੜੀ ਹੈ। ਇਹੋ ਹੀ ਨਾਵਲਕਾਰਾ ਸਿੱਧ ਕਰਨਾ ਚਾਹੁੰਦੀ ਹੈ ਇਸ ਨਾਵਲ ਦੇ ਵਿੱਚ। ਜਾਂ ਫਿਰ ਸੰਤੀ ਥਿਆਈ ਹੋਈ ਹੈ, ਇਸ ਨੂੰ ਸਾਰਾ ਦਿਨ ਘਰ ਦੀਆਂ ਚੁਗਲੀਆਂ ਕਰਨ ਨੂੰ ਭਾਗਵੰਤੀ ਨੇ ਸੋਹਣ ਤਖਤੇ ਕੋਲ ਰੱਖਦਿਆਂ ਕਿਹਾ। ਵੈਸੇ ਸੰਤੀ ਵੀ ਇਸ ਨਾਵਲ ਦੀ ਇੱਕ ਅਜਿਹੀ ਪਾਤਰ ਹੈ ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਨੀ ਨੂੰ ਹਮੇਸ਼ਾ ਹੀ ਮਦਦ ਦਿੰਦੀ ਹੈ, ਉਹਨੂੰ ਮਾਨਸਿਕ ਤੌਰ ਤੇ ਤਸੱਲੀ ਦਿੰਦੀ ਹੈ, ਉਹਦੇ ਨਾਲ ਦੁੱਖ ਸੁੱਖ ਸਾਂਝਾ ਕਰ ਲੈਂਦੀ ਹੈ ਤੇ ਭਾਗਵੰਤੀ ਚਾਹੁੰਦੀ ਹੈ ਕਿ ਇਹਦਾ ਸੰਬੰਧ ਸੰਤੀ ਨਾਲੋਂ ਵੀ ਟੁੱਟ ਜਾਵੇ। ਭਾਨੋ ਅੰਦਰ ਜਾ ਕੇ ਮੱਝਾਂ ਹੇਠਲਾ ਥਾਂ ਸਵਾਰਨ ਲੱਗ ਪਈ। ਉਹਨੂੰ ਹੋਰ ਤਾਂ ਕੋਈ ਕੰਮ ਇੱਥੇ ਆਇਆ ਨਹੀਂ ਤੇ ਵਿਚਾਰੀ ਉਹ ਜਾ ਕੇ ਜਿਹੜੀ ਜਿੱਥੇ ਮੱਝ ਬਣਦੇ ਸੀ, ਮੱਝਾਂ ਬਣਦੇ ਆ, ਉਸ ਥਾਂ ਨੂੰ ਜਾ ਕੇ ਉਹ ਸਵਾਰਨ ਲੱਗ ਜਾਂਦੀ ਹੈ। ਦੇਖ ਜੀ, ਮੈਂ ਤੈਨੂੰ ਖਰੀ ਗੱਲ ਦੱਸਦੀ ਆ ਬਈ, ਬਥੇਰਾ ਚਿਰ ਪਕਾ ਪਕਾ ਖਵਾਤੀਆਂ। ਦੇਖੋ ਹੁਣ ਇੰਨਾ ਕਿੰਨਾ ਚਿਰ ਉਹਨੂੰ ਵਿਆਹੀ ਨੂੰ ਹੋ ਕੇ ਆ ਗਿਆ ਤੇ ਕਿੰਨੀਆਂ ਕੋਣੇ ਖਵਾਤੀਆਂ, ਫਿਰ ਵੀ ਨਰੈਣ ਨੂੰ ਉਹ ਲਗਾਤਾਰ ਚੁੱਕ ਦੇ ਰਹੀ ਹੈ ਜਾਂ ਲਗਾਤਾਰ ਉਹਦੇ ਕੰਨ ਭਰ ਰਹੀ ਹੈ। ਮੈਂ ਕੋਈ ਗੋਲੀ ਨਹੀਂ ਰੱਖੀ ਹੋਈ ਕਿਸੇ ਦੀ, ਇਹ ਸਾਰਾ ਦਿਨ ਐਸ਼ਾਂ ਲੁੱਟਦੀ ਰਹੇ ਤੇ ਮੈਂ ਚੁੱਲ੍ਹੇ ਵਿੱਚ ਝੋਕੀ ਰਹਾ। ਬਸ ਮੇਰੀਆਂ ਨਾ ਪਕਾਵੇ, ਇਹ ਆਪਣੀਆਂ ਪਕਾਵੇ ਤੇ ਖਾ ਲਵੇ। ਮੇਰੇ ਕੋਲ ਨਹੀਂ ਕਿਸੇ ਦਾ ਗੁਲ ਧੰਦਾ ਹੁੰਦਾ। ਭਾਗਵੰਤੀ ਨਰੈਣ ਨੂੰ ਰੋਟੀ ਪਾ ਕੇ ਦਿੰਦੀ ਹੋਈ ਬੋਲੀ। ਅਸਲ ਦੇ ਵਿੱਚ ਹੁਣ ਨਰੈਣ ਵੀ ਆਪਣੇ ਆਪ ਨੂੰ ਉਸ ਜਗ੍ਹਾ ਦੇ ਵਿੱਚ ਜਾ ਕੇ ਕਿਤੇ ਨਾ ਕਿਤੇ ਮਜਬੂਰ ਸਮਝਦਾ ਹੈ। ਨਰੈਣ ਵੀ ਆਪਣੇ ਆਪ ਨੂੰ ਦੋਨਾਂ ਸਥਿਤੀਆਂ ਦੇ ਵਿੱਚ ਫਸਿਆ ਹੋਇਆ ਮਜਬੂਰ ਸਮਝਦਾ ਹੈ। ਹੁਣ ਇਸ ਨਾਵਲ ਦੇ ਵਿੱਚ ਇਹੋ ਹੀ ਇੱਕ ਸਥਿਤੀ ਹੈ ਜਿਹੜੀ ਲਗਾਤਾਰ ਤਣਾਅ ਦੇ ਵੱਲ ਵੱਧ ਰਹੀ ਹੈ। ਤੂੰ ਕਰਵਾ ਲਿਆ ਕਰ ਨਾਲ ਕੰਮ ਭਾਨੋ। ਨਰੈਣ ਨੇ ਭਾਗਵੰਤੀ ਦੀ ਗੱਲ ਦਾ ਹੁੰਗਾਰਾ ਨਾ ਦੇ ਕੇ ਭਾਨੋ ਨੂੰ ਕਿਹਾ। ਮੈਂ ਕਿਹਾ ਜੀ, ਕਹਿਣ ਨੂੰ ਤਾਂ ਲੋਕ ਕਹਿੰਦੇ ਹੋਣਗੇ ਵੀ ਸੌਂਕਣ ਹੈ, ਪਰ ਰੱਬ ਹੀ ਜਾਣਦਾ ਹੈ ਜੇ ਕਦੇ ਕਿਸੇ ਗੱਲੋਂ ਇਸ ਨੂੰ ਰੋਕਿਆ ਟੋਕਿਆ ਹੋਵੇ। ਪੁੱਛ ਲੈ, ਤੇਰੇ ਮੂੰਹ ਤੇ ਬੈਠੀ ਹੈ। ਅਬਲਾ ਤਾਂ ਮੈਂ ਕਿਸੇ ਕੰਮ ਨੂੰ ਕਹਿੰਦੀ ਨਹੀਂ, ਜੇ ਭੁੱਲ ਚੁੱਕ ਕੇ ਕਹਿ ਬੈਠਾ ਉਨੀ ਭੱਦਰਕਾਰੀ। ਪਰਸੋਂ ਕਿਹਾ, ਭਾਨੋ ਜਰਾ ਚੁੱਲ੍ਹੇ ਕੋਲ ਬੈਠ ਜਾ, ਮੈਂ ਪਿੰਡੇ ਪਾਣੀ ਪਾ ਆਵਾਂ। ਆ ਕੇ ਦੇਖਿਆ ਕੁੱਤਾ ਦੁੱਧ ਲੱਕੀ ਜਾਵੇ। ਬਈ ਸੁਣੀਏ, ਮੈਂ ਤੈਨੂੰ ਬਿਠਾ ਕੇ ਕਾਹਦੇ ਲਈ ਗਈਆਂ। ਦੇਖੋ ਹੁਣ ਭਾਨੀ ਦੀ ਇਸ ਘਰ ਦੇ ਵਿੱਚ ਹਾਲਤ ਮਾਲਕ ਵਾਲੀ ਸੀਗੀ। ਅੱਜ ਭਾਨੀ ਇੱਕ ਮਜ਼ਦੂਰ ਨੂੰ ਵੀ ਘਟੀਆ ਹਾਲਤ ਦੇ ਵਿੱਚ ਉਸ ਘਰ ਦੇ ਵਿੱਚ ਰਹਿ ਰਹੀ ਹੈ, ਇੱਕ ਨੌਕਰਾਣੀ ਤੋਂ ਵੀ ਘਟੀਆ ਹਾਲਤ ਦੇ ਵਿੱਚ ਉਸ ਘਰ ਦੇ ਵਿੱਚ ਰਹਿ ਰਹੀ ਹੈ। ਉਸ ਨੂੰ ਸਾਰੇ ਕੰਮ ਆਉਂਦੇ ਸੀ ਤੇ ਹੁਣ ਭਾਗਵੰਤੀ ਆ ਕੇ ਉਹਨੂੰ ਸਮਝਾ ਰਹੀ ਹੈ ਕਿ ਉਹਨੂੰ ਕੰਮ ਨਹੀਂ ਕਰਨਾ ਆ ਰਿਹਾ। ਉਹ ਇਹ ਗੱਲ ਵੀ ਸਮਝਾ ਰਹੀ ਹੈ ਕਿ ਮੈਂ ਚੁੱਲ੍ਹੇ ਕੋਲੇ ਬਿਠਾਉਣੀ ਆ, ਇਹਨੂੰ ਕਿਸੇ ਕੰਮ ਨੂੰ ਨਹੀਂ ਕਹਿੰਦੀ, ਜਦ ਕਿ ਬਿਲਕੁਲ ਉਲਟ ਸਥਿਤੀਆਂ ਹੈ। ਤੇ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਹੀ ਹੈ ਕਿ ਨਰੈਣ ਉਹਦੇ ਖਿਲਾਫ ਹੋ ਜਾਵੇ ਔਰ ਨਰੈਣ ਉਸ ਨੂੰ ਘਰੋਂ ਕੱਢਣ ਦੇ ਲਈ ਮਜਬੂਰ ਹੋ ਜਾਵੇ। ਕੋਈ ਨਹੀਂ ਭਾਗਵੰਤੀ, ਜਿੱਦਣ ਦੀ ਇਸ ਦੇ ਸਿਰ 'ਚ ਸੱਟ ਲੱਗੀ ਹੈ, ਇਸ ਦੀ ਜਣੀ ਸੁਰਤ ਜੀ ਨਹੀਂ ਟਿਕਾਣੇ। ਤੈਂ ਦੇਖਿਆ ਹੀ ਹੈ ਬਈ, ਇੱਕ ਰੋਟੀ ਦੇ ਦਿਓ, ਇੱਕ ਖਾ ਲੈਂਦੀ ਹੈ, ਖਾ ਕੇ ਉੱਠ ਖੜ ਜੂ, ਦੋ ਦੇ ਦਿਓ, ਦੋ ਖਾ ਲੂ, ਨਾ ਦਿਓ ਤਾਂ ਮੰਗਣੀ ਨਹੀਂ। ਕਮਲਿਆਂ ਵਾਂਗ ਉਹੀ 20 ਵਿੱਚ ਤੁਰੀ ਫਿਰੂ, ਬਿਨਾਂ ਕੰਮ ਤੋਂ ਹੀ ਰੋਪੂ। ਤੂੰ ਗੁੱਸਾ ਨਾ ਕਰਿਆ ਕਰ ਕਿਸੇ ਗੱਲ ਦਾ। ਭਾਨੋ ਮੱਝ ਦਾ ਥਾਂ ਸਵਾਰ ਕੇ ਉੱਠ ਖੜੀ, ਪੀੜੇ ਵਿੱਚੋਂ ਗਲਾਸ ਚੁੱਕਿਆ, ਘੜੇ ਵਿੱਚੋਂ ਪਾਣੀ ਪਾਉਣ ਲੱਗ ਪਈ। ਨੀ ਹੱਥ ਦਾ ਧੋ ਫੂਕ ਲੈ ਪਹਿਲਾਂ, ਭਾਗਵੰਤੀ ਨੇ ਕੌੜ ਕੇ ਕਿਹਾ। ਭਾਨੋ ਠਠੰਬਰ ਗਈ। ਹਾਂ, ਹੱਥ ਧੋਏ ਤਾਂ ਉਸ ਨੂੰ ਯਾਦ ਹੀ ਨਹੀਂ ਰਹੇ ਸੀਗੇ। ਹੁਣ ਲਗਾਤਾਰ ਉਹਨੂੰ ਟੋਕ ਰਹੀ ਹੈ, ਹਰ ਇੱਕ ਕੰਮ ਤੋਂ ਟੋਕ ਰਹੀ ਹੈ ਔਰ ਜਦੋਂ ਜਿਹੜਾ ਵੀ ਕੰਮ ਕਰਦੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਨੁਕਸ ਕੱਢਣ ਦੀ ਗੱਲ ਕਰਦੀ ਹੈ। ਕਹਿਣ ਦਾ ਭਾਵ ਵਿਦਿਆਰਥੀ ਇਹ ਹੈ ਕਿ ਉਹ ਭਾਨੋ ਦੇ ਹਰ ਇੱਕ ਕੰਮ ਦੇ ਵਿੱਚ ਨੁਕਸ ਕੱਢਦੀ ਹੈ ਤੇ ਉਹਨੂੰ ਟੋਕਦੀ ਰਹਿੰਦੀ ਹੈ ਲਗਾਤਾਰ। ਭਾਨੋ ਠਠੰਬਰ ਗਈ। ਹਾਂ, ਹੱਥ ਧੋਣੇ ਤਾਂ ਉਹਨੂੰ ਯਾਦ ਹੀ ਨਹੀਂ ਸੀ ਰਹੇ। ਬਚਨੀ ਦੇ ਪੰਪ ਤੋਂ ਉਹ ਤਸਲੇ ਵਿੱਚ ਪਾਣੀ ਲਿਆਈ। ਫਿਰ ਕਿੰਨਾ ਹੀ ਚਿਰ ਉਹ ਬੈਠੀ ਹੱਥ ਧੋਂਦੀ ਰਹੀ। ਨਰੈਣ ਨੇ ਰੋਟੀ ਖਾਧੀ, ਰੋਟੀ ਖਾ ਕੇ ਚਿਲਮ ਪੀਤੀ, ਫਿਰ ਧੁੱਪੇ ਬੈਠ ਕੇ ਆਪਣੇ ਵਾਲ ਵਾਹੁਣ ਲੱਗ ਪਿਆ। ਇਹ ਨਰੈਣ ਦੇ ਰੋਜ਼ਾਨਾ ਦੇ ਕੰਮ ਹੈਗੇ ਆ। ਰੋਜ਼ਾਨਾ ਉਹ ਇੰਨੇ ਕੀ ਕੰਮ ਕਰਦਾ, ਆਪਣੇ ਆਪ ਬਾਰੇ ਸੋਚਦਾ, ਆਪਣੇ ਆਪ ਦੇ ਅਮਲ ਕਰਦਾ ਔਰ
ਫਿਰ ਉਹ ਘਰ ਦੇ ਵਿੱਚੋਂ ਕਿਤੇ ਬਾਹਰ ਚਲੇ ਜਾਂਦਾ ਹੈ। ਭਾਨੋ ਅਜੇ ਵੀ ਹੱਥ ਧੋ ਰਹੀ ਸੀ। ਹੁਣ ਵਸ ਵੀ ਕਰ ਹੱਥ ਧੋਣੇ, ਨਰੈਣ ਨੇ ਖਿੱਝ ਕੇ ਕਿਹਾ। ਭਾਨੋ ਚੌਂਕੀ। ਹਾਂ, ਇੰਨੇ ਚਿਰ ਤੇ ਤੋਂ ਉਹ ਹਾਥੀ ਕਿਉਂ ਧੋਈ ਜਾ ਰਹੀ ਸੀ? ਇਹਨਾਂ ਹੀ ਦਿਨਾਂ ਵਿੱਚ ਭਾਗਵੰਤੀ ਦੇ ਮੁੰਡਾ ਹੋ ਗਿਆ। ਕੁੜੇ ਵਧਾਈਆਂ ਹੋਣ ਭਾਨੋ। ਸੰਤੀ ਨੇ ਭਾਨੋ ਤੋਂ ਗੁੜ ਫੜਦਿਆਂ ਕਿਹਾ। ਹਾਂ ਬੇਬੇ, ਰੱਬ ਸਭ ਨੂੰ ਵਧਾਵੇ। ਰੱਬ ਤੇਰੇ ਕੰਨੀ ਵੀ ਕਿਤੇ ਭੁੱਲ ਜਾਂਦਾ ਪਰ ਕਹਿੰਦੇ ਨੇ ਭਗਤਾਂ ਨੂੰ ਹੀ ਪੀੜਾਂ ਨੇ। ਭਾਗਵੰਤੀ ਵਰਗੀ ਹੁੰਦੀ ਤਾਂ ਕਦੋਂ ਦੀ। ਹੁਣ ਦੇਖੋ, ਇਹ ਗੱਲ ਉਹਨੂੰ ਜਚਾ ਰਹੀ ਹੈਗੀ ਆ ਸੰਤੀ ਕਿ ਜੇ ਤੇਰੇ ਘਰ ਵੀ ਕੋਈ ਬੱਚਾ ਪੈਦਾ ਹੋ ਜਾਂਦਾ ਤਾਂ ਸ਼ਾਇਦ ਤੈਨੂੰ ਇਹ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਸੀ। ਤੇਰੀ ਹੋਂਦ ਵੀ ਇਸ ਸਮਾਜ ਦੇ ਵਿੱਚ ਸਥਾਪਿਤ ਹੋ ਜਾਂਦੀ, ਤੇਰਾ ਵੀ ਮਾਣ ਸਤਿਕਾਰ ਇਸ ਸਮਾਜ ਦੇ ਵਿੱਚ ਹੋ ਜਾਂਦਾ। ਨਹੀਂ ਬੇਬੇ, ਉਹ ਵੀ ਮੇਰਾ ਹੀ ਹੈ। ਸਾਡੇ ਘਰ ਦੀ ਜੜ ਲੱਗ ਗਈ। ਰੱਬ ਸਭ ਦੇ ਇਉਂ ਦਿਨ ਫੇਰੇ। ਮੈਂ ਤਾਂ ਬਲਾ ਹੀ ਸੁਖਣਾ ਸੁਖੀਆਂ ਸੀ ਬਈ ਰੱਬ ਮੁੰਡਾ ਦੇਵੇ, ਪਰ ਹੁਣ ਤਾਂ ਉਹ ਸਾਰੇ ਘਰ ਦੀ ਮਾਲਕਣ ਬਣ ਗਈ। ਤੈਨੂੰ ਉਸਨੇ ਕੀ ਵਿਦਣਾ ਹੈ? ਹੁਣ ਦੇਖੋ, ਸਥਿਤੀ ਇਹ ਹੈ ਅਸਲ ਦੇ ਸਮਾਜ ਦੇ ਵਿੱਚ। ਕਹਿੰਦੀ ਉਹਦੇ ਘਰ ਬੇਟਾ ਪੈਦਾ ਹੋ ਗਿਆ, ਹੁਣ ਤੈਨੂੰ ਉਹਨੇ ਵਿਦਣਾ ਨਹੀਂ, ਸਾਰੇ ਘਰ ਦੀ ਮਾਲਕਣ ਉਹ ਬਣ ਗਈ ਹੈ। ਤੈਂ ਤਾਂ ਕਮਲੀ ਨੇ ਕਾਗਜ਼ ਵੀ ਨਹੀਂ ਲਿਖਵਾਇਆ। ਕਹਿੰਦੀ ਤੂੰ ਤਾਂ ਕੋਈ ਕਾਗਜ਼ ਵੀ ਨਹੀਂ ਲਿਖਾਇਆ ਜਦੋਂ ਵਿਆਹ ਕੇ ਆਈ ਸੀ ਦੇ ਘਰੇ। ਉਸਨੇ ਤਾਂ ਦੇਖ ਲੈ, ਪਹਿਲਾਂ ਪੰਚਾਇਤ ਵਿੱਚ ਅੰਗੂਠਾ ਲਵਾਇਆ ਤਾਂ ਆਈ। ਹੁਣ ਆਪੇ ਹੀ ਉਹ ਘਰ ਦੀ ਮਾਲਕਣ ਹੈ। ਸਾਰੇ ਘਰ ਆਪਦੇ ਨਾਂ ਕਰਵਾ ਕੇ ਹੀ ਨਰੈਣ ਦੇ ਘਰ ਉਹ ਆਈ ਹੈ। ਇਹ ਸ਼ਰਤਾਂ ਨਰੈਣ ਨੇ ਮੰਨੀਆਂ ਉਹ ਤੋਂ। ਆਪਾਂ ਤਾਂ ਬੇਬੇ ਬਸ ਦਿਨ ਹੀ ਪੂਰੇ ਕਰਨੇ ਆ। ਉਹ ਜੰਮ ਰਹੇ ਘਰ ਦੀ ਮਾਲਕਣ। ਹੁਣ ਸਥਿਤੀ ਤਾਂ ਵਿਚਾਰੀ ਦੀ ਇਹੀ ਹੈ, ਜਿਹੜੀ ਭਾਨੀ ਦੀ ਹੈ। ਭਾਨੀ ਸਿੱਧੀ ਪੱਧਰੀ ਔਰਤ ਹੈਗੀ ਹੈ, ਕੰਮ ਧੰਦਾ ਕਰਨ ਵਾਲੀ ਔਰਤ ਹੈ, ਪਰ ਉਹ ਸਮਾਜ ਦੇ ਵਿੱਚ ਆਪਣੀ ਹੋਂਦ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਨਹੀਂ ਹੋ ਰਹੀ। ਆਹੋ ਧੀਏ, ਇਉਂ ਸਬਰ ਕਰਕੇ ਗੁਜ਼ਾਰੇ ਤੈਂ ਆ ਕੇ ਤਾਂ ਇਸ ਘਰ ਦੀ ਦਸ਼ਾ ਹੀ ਪਲਟਤੀ। ਕਹਿੰਦੀ ਵੀ ਠੀਕ ਹੈ ਭਾਈ, ਤੇਰੀ ਗੱਲ, ਤੂੰ ਤਾਂ ਇਸ ਘਰ ਦੀ ਆ ਕੇ ਦਸ਼ਾ ਹੀ ਬਦਲਤੀ। ਪਹਿਲਾਂ ਨਰੈਣ ਦੀ ਕੀ ਹਾਲਤ ਸੀ, ਤੂੰ ਇਸ ਘਰ ਦੀ ਹਾਲਤ ਨੂੰ ਬਿਲਕੁਲ ਸੁਧਾਰਤਾ। ਊਂ ਬੇਬੇ, ਭਾਗਵੰਤੀ ਦਿਲ ਦੀ ਮਾੜੀ ਨਹੀਂ, ਬਸ ਬੋਲਣ ਦਾ ਹੀ ਬਹੁਤਾ ਥੋ ਨਹੀਂ। ਨਾਲੇ ਦੇਖ, ਤੈਨੂੰ ਛਾਪ ਦਿਖਾਵਾਂ। ਭਾਨੋ ਇੱਕ ਹੱਥ ਨਾਲ ਗੁੜ ਵਾਲੀ ਪ੍ਰਾਂਤ ਸੰਭਾਲਦੀ, ਦੂਜੇ ਹੱਥ ਸੰਤੀ ਦੇ ਅੱਗੇ ਕਰਕੇ ਬੋਲੀ। ਮੁੰਡੇ ਹੋਏ ਦੀ ਤੇਰੇ ਦਿਓਰ ਨੇ ਕਰਾ ਕੇ ਦਿੱਤੀ ਹੈ। ਊਂ ਤਾਂ ਕਹਿੰਦਾ ਸੀ ਭਾਗਵੰਤੀ ਨਾਲ ਦੇ ਸਿੰਘ ਤਵੀਤ ਵੀ ਕਰਾ ਦਿੰਨਾ। ਮੈਂ ਕਿਹਾ ਨਹੀਂ, ਮੈਂ ਕਿਹੜਾ ਨਿਆਣੀ ਆ। ਸ਼ਾਮ ਤਾਂ ਸੋਹਣੀ ਆ ਕੁੜੇ, ਹੋਊ ਅੱਧੇ ਤੋਲੇ ਦੀ। ਤਾਂ ਸੰਤੀ ਨੇ ਛਾਪ ਨੂੰ ਹੱਥ ਲਾ ਕੇ ਦੇਖਦਿਆਂ ਕਿਹਾ। ਇਹਨਾਂ 3 ਸਾਲਾਂ ਵਿੱਚ ਸਾਡਾ ਬੈਂਕ ਵਿੱਚ ਵੀ 2 20 ਉੱਤੇ 1500 ਰੁਪਈਆ ਹੋ ਗਿਆ। ਹੌਲੀ ਹੌਲੀ ਗਹਿਣੇ ਵਾਲੀ ਭੋਏ ਵੀ ਸਾਰੀ ਛੁਡਾ ਲੈਣੀ ਹੈ। ਹੋਰ ਗਾਹ ਨਹੀਂ ਤਾਂ ਸਾਡੇ ਮੁੰਡੇ ਨੂੰ ਲੋਕ ਮਿਹਣੇ ਮਾਰਿਆ ਕਰਨਗੇ। ਤੇ ਭਾਨੀ ਹਜੇ ਵੀ ਉਸ ਘਰ ਦੇ ਬਾਰੇ ਸੋਚ ਰਹੀ ਹੈ, ਕਦੀ ਜਿਹੜਾ ਸਾਡੀ ਜ਼ਮੀਨ ਪਈ ਹੈਗੀ ਹੈ ਜਾਂ ਜਿਹੜੀ ਸਾਡੀ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਲੋਕਾਂ ਨੇ ਗਹਿਣੇ ਦੇ ਰੂਪ ਦੇ ਵਿੱਚ, ਉਸ ਨੂੰ ਵੀ ਅਸੀਂ ਹੌਲੀ ਹੌਲੀ ਛੁਡਾ ਲਾਂਗੇ। ਅਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਨੇ ਸ਼ੁਰੂ ਕਰ ਦਿੱਤੇ ਆ ਤਾਂ ਕਿ ਸਾਡਾ ਜਿਹੜਾ ਮੁੰਡਾ ਹੈਗਾ ਉਹ ਦੁੱਖ ਨਾ ਚੱਲੇ ਆਉਣ ਵਾਲੇ ਸਮੇਂ ਦੇ ਵਿੱਚ। ਸੰਤੀ ਕਿੰਨਾ ਚਿਰ ਭਾਨੋ ਦੇ ਮੂੰਹ ਵੱਲ ਤੱਕਦੀ ਰਹੀ। ਸੰਤੀ ਦੇਖ ਰਹੀ ਹੈ ਵਿਚਾਰੀ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ, ਜਦ ਕਿ ਇਹ ਤਾਂ ਹੋਂਦ ਹੀ ਨਿਸ਼ਚਿਤ ਨਹੀਂ ਇਸ ਘਰ ਦੇ ਵਿੱਚ। ਇਹ ਤਾਂ ਹੋਂਦ ਨੂੰ ਖਤਰਾ ਇਸ ਘਰ ਦੇ ਵਿੱਚ, ਇਹਨੂੰ ਤਾਂ ਇੱਥੇ ਰਹਿਣ ਨਹੀਂ ਦੇਣਾ ਕਿਸੇ ਨੇ। ਸੰਤੀ ਦੀ ਗੱਲ ਠੀਕ ਹੀ ਨਿਕਲੀ। ਜਦੋਂ ਦਾ ਮੁੰਡਾ ਹੋਇਆ ਸੀ, ਭਾਗਵੰਤੀ ਹੋਰ ਦੀ ਹੋਰ ਹੀ ਹੋ ਗਈ ਸੀ। ਹੁਣ ਤਾਂ ਉਹ ਗੱਲ ਉੱਤੇ ਨਰੈਣ ਨੂੰ ਵੀ ਆਕੜ ਪੈਂਦੀ ਸੀ। ਨਰੈਣ ਵੀ ਅੱਗੋਂ ਕੁਝ ਨਹੀਂ ਸੀ ਆਖਦਾ। ਇੱਕ ਦਿਨ ਨਹਾਉਣ ਵੇਲੇ ਕਾਲਾ ਭਾਨੋ ਦੇ ਹੱਥੋਂ ਛੁੱਟ ਜਾਣ ਉੱਤੇ ਭਾਗਵੰਤੀ ਨੇ ਭਾਨੋ ਦੇ ਧੌਲ ਵੀ ਮਾਰੀ ਸੀ। ਉਹਨੂੰ ਕੁੱਟਣਾ ਵੀ ਸ਼ੁਰੂ ਕਰਤਾ ਉਹਨੇ। ਇੱਕ ਦਿਨ ਰਾਤ ਨੂੰ ਕਾਲਾ ਰੋ ਰਿਹਾ ਸੀ। ਭਾਨੋ ਚਵਾਰੇ ਵਿੱਚੋਂ ਨੱਠੀ ਆਈ। ਹੇਠਾਂ ਬਾਰ ਅੰਦਰੋਂ ਬੰਦ ਸੀ। ਜਕੋ ਤਕੀ ਕਰਦੀ ਭਾਨੋ ਨੇ ਕੁੰਡਾ ਖੜਕਾਇਆ ਤੇ ਕਿਹਾ, ਭਾਗਵੰਤੀ ਕਾਲਾ ਕਾਹਤੋਂ ਰੋਂਦਾ, ਮੈਨੂੰ ਫੜਾ ਦੇ। ਇਹ ਗੱਲਾਂ ਹੁਣ ਭਾਗਵੰਤੀ ਕਰ ਰਹੀ ਹੈ ਲਗਾਤਾਰ ਭਾਨੋ ਭਾਗਵੰਤੀ ਨਾਲ, ਪਰ ਉਹਦੀ ਗੱਲ ਨਹੀਂ ਸੁਣਨ ਨੂੰ ਤਿਆਰ। ਵਿਦਿਆਰਥੀਓ, ਇੱਥੇ ਆ ਕੇ ਨਾ ਨਾਵਲ ਦੇ ਵਿੱਚ ਭਾਨੋ ਦੀ ਜਿਹੜੀ ਸਥਿਤੀ ਹੈ ਉਹ ਇੰਨੀ ਕੁ ਕਮਜ਼ੋਰ ਹੋ ਗਈ ਹੈ, ਉਹਦੇ ਤੇ ਬਿਲਕੁਲ ਵੀ ਭਾਗਵੰਤੀ ਵਿਸ਼ਵਾਸ ਨਹੀਂ ਕਰਦੀ। ਭਾਗਵੰਤੀ ਮਨ ਚ ਸੋਚ ਰਹੀ ਹੈ ਕਿ ਇਸ ਨੂੰ ਘਰੋਂ ਕਿਸ ਢੰਗ ਦੇ ਨਾਲ ਕੱਢਣਾ ਹੈ, ਪਰ ਜਦ ਕਿ ਉਹ ਵਿਚਾਰੀ ਸਿੱਧੀ ਪੱਧਰੀ ਸੁਭਾਅ ਦੀ ਔਰਤ ਹੈਗੀ ਹੈ, ਉਹਦਾ ਮਨ ਸਾਫ਼ ਹੈਗਾ। ਉਹਨੂੰ ਲੱਗਦਾ ਹੈ ਕਿ ਕਾਲਾ ਉਹਦਾ ਨਹੀਂ, ਮੇਰਾ ਵੀ ਪੁੱਤ ਹੈਗਾ, ਪਰ ਉਹ ਇਹ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਭਾਗਵੰਤੀ। ਮੈਂ ਆਪੇ ਬਰਾ ਲੂੰਗੀ, ਅੱਗੋਂ ਜਵਾਬ ਦਿੰਦੀ ਹੈ ਭਾਗਵੰਤੀ ਅੰਦਰੋਂ ਹੀ ਖਿੱਚ ਕੇ ਕਿਹਾ। ਕੁਝ ਚਿਰ ਭਾਨੋ ਉੱਥੇ ਖੜੀ ਰਹੀ।
फिर कोठे उत्ते जाके अपने मंजे उत्ते पै गई, पर इस दे पिछों उस नूं नींद कोई ना आई। मुंडा अगले दिन विच भी रोंदा रहा, मुंडा लगातार ही रोंदा रहा, बिलकदा रहा। ये गल उस घर दे विच हुण वापर रही सीगी। किते ना किते इस तो खिज के ही भागवंती अगे जाके देखोगे तुसीं नावल दे विच कि उहनूं कहोगी कि इहदी नज़र लग गई। मैनूं लगदा है इस नूं किसे दी नज़र लग गई। विहड़े विच भागवंती कोल बैठी चूहियां नूं मारन वालियां गोलियां आटे विच लपेटदी बचनी बोली। बचनी भी हमेशा ही आपां नावल दे विच देखदे हां भानों दे खिलाफ ही गल्लां करन वाली है। जिहड़ी भागवंती हैगी है उस दा जिहड़ा सुभाਅ हैगा ਉਹਦਾ ਸੁਭਾਅ ਬਚਨੀ ਨਾਲ ਮਿਲਦਾ ਹੈ, ਉਹਦਾ ਸੁਭਾਅ ਦਿਆਲੂ ਨਾਲ ਮਿਲਦਾ ਹੈ, ਜਦ ਕਿ ਭਾਨੀ ਦਾ ਸੁਭਾਅ ਸੰਤੀ ਨਾਲ ਮਿਲਦਾ ਹੈ। ਇਸ ਨਾਵਲ ਦੇ ਵਿੱਚ ਜਿਹੜੀਆਂ 5 ਔਰਤ ਪਾਤਰਾਂ ਆਈਆਂ ਉਹਨਾਂ ਦੇ ਸੁਭਾਵਾਂ ਦੀ ਗੱਲ ਵੀ ਆਪਾਂ ਜਦੋਂ ਨਾਵਲ ਦਾ ਪਾਠ ਖਤਮ ਹੋ ਜਾਊਗਾ ਉਦੋਂ ਬਾਅਦ ਕਰਾਂਗੇ। ਆਹੋ ਭਾਵੇਂ ਭਾਨੋ ਦੀ ਲੱਗ ਗਈ ਹੋਵੇ, ਸਾਰਾ ਦਿਨ ਆਨੇ ਪਾੜ ਝਾਕਦੀ ਰਹਿੰਦੀ ਹੈ। ਮੈਂ ਜੇ ਪਰਾਂ ਵੀ ਲੈ ਕੇ ਬੈਠੂੰ ਤਾਂ ਵੀ ਸਿਰ ਤੇ ਅੱਖ ਚੜ੍ਹਦੀ ਹੈ। ਔਤ ਪ੍ਰੇਤ ਦੀ ਨਜ਼ਰ ਹੁੰਦੀ ਵੀ ਬਾਹਲੀ ਮਾੜੀ ਹੈ, ਤੂੰ ਹਥੌਲਾ ਕਰਵਾ ਲਿਆ ਥਾਵੇਂ ਤੇ ਜਾ ਕੇ। ਕਹਿੰਦੀ ਵੀ ਜਿਹੜੀ ਔਰਤ ਹੁੰਦੀ ਹੈ ਨਾ ਉਹਦਾ ਜਿਹੜੀ ਨਜ਼ਰ ਹੁੰਦੀ ਹੈ ਬਹੁਤ ਮਾੜੀ ਹੈ। ਕਹਿੰਦੀ ਜਿਹਦੇ ਘਰ ਬੱਚਾ ਨਾ ਪੈਦਾ ਹੋਵੇ ਉਹ ਔਰਤ ਦੀ ਨਜ਼ਰ ਮਾੜੀ ਹੁੰਦੀ ਹੈ। ਇਹ ਗੱਲ ਜਚਾ ਦਿੰਦੀ ਹੈ ਉਸਨੂੰ, ਇਹ ਲਗਾਤਾਰ ਜਚਾ ਦਿੰਦੀ ਹੈ। ਭਾਨੀ ਲਗਾਤਾਰ ਇਸ ਗੱਲ ਭਾਗਵੰਤੀ ਨੂੰ ਬਚਨੀ ਇਹ ਗੱਲ ਲਗਾਤਾਰ ਜਚਾ ਦਿੰਦੀ ਹੈ ਕਿ ਜਿਹੜੀ ਔਰਤ ਦੇ ਬੱਚਾ ਨਾ ਪੈਦਾ ਹੋਵੇ ਉਹਦੀ ਨਜ਼ਰ ਜਲਦੀ ਲੱਗਦੀ ਹੈ। ਹੁਣ ਵਿਦਿਆਰਥੀਓ ਇਹ ਚੀਜ਼ਾਂ ਜਿਹੜੀਆਂ ਕਹੀ ਜਾਂਦੀਆਂ ਵਿਸ਼ਵਾਸ ਦੇ ਵਿੱਚੋਂ ਆਈਆਂ ਸਾਡੇ ਸਮਾਜ ਦੇ ਵਿੱਚ। ਸਾਡੇ ਸਮਾਜ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਗੱਲ ਜਿਹੜੀ ਆਉਂਦੀ ਹੈ ਉਹ ਕਿਤੇ ਨਾ ਕਿਤੇ ਸਾਡਾ ਵਿਸ਼ਵਾਸ ਤੰਤਰ ਹੈ ਜਿਹੜਾ, ਜਾਂ ਸਾਡੀ ਜਿਹੜੀ ਸੋਚ ਹੈਗੀ ਹੈ, ਸਾਡੇ ਸੱਭਿਆਚਾਰਕ ਸੋਚ ਜਾਂ ਸਾਡੇ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲ ਰਹੀ ਚੀਜ਼ ਹੈਗੀ ਹੈ ਉਹਦੇ ਵਿੱਚੋਂ ਨਿਕਲਦੀ ਹੈ ਕਿ ਜਿਹੜੀ ਔਰਤ ਦੇ ਬੱਚਾ ਨਹੀਂ ਹੁੰਦਾ ਉਹਦੀ ਨਜ਼ਰ ਲੱਗਦੀ ਹੈ। ਇਹ ਗੱਲ ਬਚਨੀ ਭਾਗਵੰਤੀ ਨੂੰ ਜਚਾ ਦਿੰਦੀ ਹੈ। ਤੂੰ ਆਪ ਸਿਆਣੀ ਹੈ ਬਚਨੀ, ਹੁਣ ਦੱਸ ਮੈਂ ਕਿਹੜੇ ਖੂਹ 'ਚ ਉੱਤਰ ਜਾਂ ਜਵਾਕ ਨੂੰ ਲੈ ਕੇ। ਤੂੰ ਔਖੀ ਸੌਖੀ ਜਵਾਕ ਦੇ ਨਾਲ ਹੀ ਕਰ ਲਿਆ ਕਰ ਕੰਮ, ਉਸ ਨੂੰ ਨਾ ਫੜਾਇਆ ਕਰ। ਹੁਣ ਬਚਨੀ ਚਾਹੁੰਦੀ ਹੈ ਕਿ ਉਹ ਬੱਚਾ ਭਾਨੀ ਨੂੰ ਨਾ ਫੜਾਵੇ, ਭਾਨੀ ਨੂੰ ਹੋਰ ਦੁਖੀ ਕਰਨਾ ਚਾਹੁੰਦੀ ਹੈ ਬਚਨੀ ਵੀ। ਕੀ ਕਰਾਂ, ਨਾ ਫੜਾਵਾਂ ਤਾਂ ਉਹ ਮਗਰ ਤੁਰੀ ਫਿਰਦੀ ਹੈ। ਫਿਰ ਕਈ ਵਾਰੀ ਚਿੱਤ 'ਚ ਆਉਂਦਾ ਵੀ ਮਨਾ ਕਿਤੇ ਵੇਲੇ ਕਵੇਲੇ ਦੀ ਇਸ ਦੀ ਆਹ ਨਾ ਲੱਗ ਜੇ। ਇਹ ਤਾਂ ਠੀਕ ਹੈ ਪਰ ਬੁਰੀ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ। ਫੁੱਲ ਵਰਗਾ ਜਵਾਕ ਹੈ। ਕਈ ਦਿਨ ਕਾਲਾ ਢਿੱਲਾ ਰਿਹਾ। ਭਾਗਵੰਤੀ ਭਾਨੋ ਨੂੰ ਭੱਜ ਪੈਂਦੀ ਰਹੀ। ਨਰੈਣ ਦੀ ਵੀ ਉਸ ਤੇ ਨੇ ਕਈ ਵਾਰ ਆਨੀ ਬਹਾਨੀ ਲਾਪਾ ਕਰ ਦਿੱਤੀ। ਹੁਣ ਭਾਗਵੰਤੀ ਹੈ ਜਿਹੜੀ ਉਹ ਨਰੈਣ ਦੀ ਵੀ ਲਾਪਾ ਕਰਦੀ ਹੈ। ਭਾਗਵੰਤੀ ਭਾਨੋ ਨੂੰ ਤਾਂ ਕੁੱਟੀ ਦਿੰਦੀ ਹੈ। ਭਾਨੋ ਨੂੰ ਪਤਾ ਨਹੀਂ ਸੀ ਗੱਲ ਕੀ ਹੈ, ਪਰ ਘਰ ਵਿੱਚ ਕੋਈ ਖਾਸ ਗੁੱਜਰ ਝਗੜਾ ਪਿਆ ਲੱਗਦਾ ਸੀ। 1-2 ਵਾਰੀ ਤਾਂ ਭਾਗਵੰਤੀ ਨਰੈਣ ਨਾਲ ਲੜ ਕੇ ਰੋਈ ਵੀ ਸੀ। ਇੱਕ ਦਿਨ ਉਸਨੇ ਦਹੱਤੜ ਨਾਲ ਆਪਣਾ ਸਿਰ ਹੀ ਪਿੱਟ ਲਿਆ। ਨਰੈਣ ਆਪਣੇ ਆਪ ਨੂੰ ਗਾਲਾਂ ਕੱਢਦਾ ਬਾਹਰ ਨੂੰ ਤੁਰ ਪਿਆ। ਉਸ ਦਿਨ ਘਰ ਵਿੱਚ ਨਾ ਕਿਸੇ ਪਕਾਈਆਂ ਸਨ ਨਾ ਖਾਧੀਆਂ ਸਨ। ਭਾਨੋ ਨੇ ਇੱਕ ਵਾਰ ਭਾਗਵੰਤੀ ਨੂੰ ਪੁੱਛਿਆ ਸੀ, ਭਾਗਵੰਤੀ ਰੋਟੀ ਲਾਹਾਂ? ਇਸ ਨੂੰ ਸਾਰਾ ਦਿਨ ਰੋਟੀਆਂ ਦੀ ਅੱਗ ਲੱਗੀ ਰਹਿੰਦੀ ਹੈ। ਭਾਗਵੰਤੀ ਝਿੜਕੇ ਪਈ। ਭਾਨੋ ਚੁੱਪ ਕਰਕੇ ਕੋਠੇ ਉੱਤੇ ਜਾ ਚਲੀ ਗਈ। ਦਿਨ ਡੁੱਬਦੇ ਨਾਲ ਨਰੈਣ ਉੱਤੇ ਆਇਆ। ਭਾਨੋ ਦੇਖ ਖੁਸ਼ ਜਿਹੀ ਹੋਈ। ਫਿਰ ਪਤਾ ਨਹੀਂ ਕੀ ਸੋਚ ਕੇ ਉਸਦਾ ਜੀ ਬੜਾ ਉਦਾਸ ਹੋ ਗਿਆ। ਨਰੈਣ ਆ ਕੇ ਉਸ ਦੇ ਕੋਲ ਮੰਜੇ ਉੱਤੇ ਬੈਠ ਗਿਆ। ਕੁਝ ਚਿਰ ਚੁੱਪ ਵਰਤੀ ਰਹੀ। ਭਾਨੋ ਨਰੈਣ ਨੇ ਆਪਣੇ ਹੱਥਾਂ ਲਕੀਰਾਂ ਵੱਲ ਤੱਕਦਿਆਂ ਕਿਹਾ ਉਹ ਭਾਨੋ ਨੂੰ ਕੋਈ ਗੱਲ ਕਹਿਣਾ ਚਾਹੁੰਦਾ। ਭਾਨੋ ਭਪੱਤਰਿਆਂ ਵਾਂਗ ਉਸਦੇ ਮੂੰਹ ਵੱਲ ਤੱਕਣ ਲੱਗੀ। ਭਾਨੋ ਮੈਂ ਦੇਖਦਾ ਭਾਗਵੰਤੀ ਕਦੇ ਤੇਰੇ ਖਾਤਰ ਰੋਟੀ ਰੱਖਦੀ ਹੈ ਕਦੇ ਨਹੀਂ। ਮੈਨੂੰ ਇਹ ਵੀ ਪਤਾ ਹੈ ਵੀ ਕਈ ਵਾਰੀ ਤੂੰ ਪਾਣੀ ਦੀ ਘੁੱਟ ਪੀ ਕੇ ਹੀ ਪੈ ਰਹਿਨੀ ਹੈ। ਕਾਲੇ ਨੂੰ ਰਾਮ ਹੈ। ਭਾਨੋ ਨੇ ਉਸਦੀ ਗੱਲ ਵੱਲ ਧਿਆਨ ਨਾ ਦਿੰਦੇ ਕਿਹਾ। ਹੁਣ ਨਰੈਣ ਕੋਈ ਗੱਲ ਕਹਿਣੀ ਚਾਹੁੰਦਾ ਪਰ ਭਾਨੀ ਉਸ ਗੱਲ ਨੂੰ ਬਦਲ ਦਿੰਦੀ ਹੈ। ਉਹਨੂੰ ਕਾਲੇ ਦਾ ਫਿਕਰ ਹੈ। ਕਹਿੰਦੀ ਕਾਲੇ ਨੂੰ ਹੁਣ ਰਾਮ ਹੈ, ਉਹਨਾਂ ਦੇ ਬੱਚੇ ਦਾ ਨਾਂ ਹੈ। ਤੈਂ ਕੀ ਲੈਣਾ ਹੈ ਕਿਸੇ ਕਾਲਿਆਂ ਕੂਲਿਆਂ ਤੋਂ? ਉਹ ਤਾਂ ਤੇਰੇ ਨਾਲ ਇਉਂ ਕੁੱਤੇ ਖਾਣੀ ਕਰਦੀ ਹੈ। ਮੈਨੂੰ ਤਾਂ ਨਾ ਜਾਣੀ ਉਸਦਾ ਬਲਾਈ ਮੂੰਹ ਆਉਂਦਾ ਹੈ। ਭਾਗਵੰਤੀ ਤਾਂ ਮੈਨੂੰ ਚੱਕਣ ਨਹੀਂ ਦਿੰਦੀ। ਭਾਨੋ ਜਿਵੇਂ ਸ਼ਿਕਾਇਤ ਲਗਾਈ।
ਉਹ ਤਾਂ ਕਹਿੰਦੀ ਹੈ ਮੈਂ ਆਪਣੇ ਪੇਕੇ ਚਲੇ ਜਾਣਾ ਹੈ, ਮੁੜ ਕੇ ਨਹੀਂ ਆਉਣਾ, ਤੈਨੂੰ ਪਤਾ ਹੀ ਹੈ ਪੇਕਿਆਂ ਉਸਦਿਆਂ ਦਾ ਕੰਜਰਾਂ ਨੇ ਪੈਸੇ ਲੈ ਕੇ ਕਿਸੇ ਹੋਰ ਥਾਂ ਤੇ ਉਸ ਨੂੰ ਤੋੜ ਦੇਣਾ। ਇਹ ਗੱਲ ਨਰੈਣ ਉਹਦੇ ਨਾਲ ਗੱਲਾਂ ਕਰਦਾ ਕਰਦਾ ਕਹਿ ਰਿਹਾ। ਪਰ ਕਾਹਤੋਂ ਭਾਨੋ ਨੇ ਹੈਰਾਨ ਹੋ ਕੇ ਪੁੱਛਿਆ, ਤੇਰੇ ਉਸਨੇ ਇੱਕ ਦੋ ਵਾਰ ਧੌਲ ਤੱਫਾ ਵੀ ਕੀਤਾ ਨਾ, ਮੈਨੂੰ ਸੰਤੀ ਦੱਸਦੀ ਸੀ। ਚਲੋ ਉਹ ਜਾਣੇ ਉਸਦੀ ਮਰਜ਼ੀ ਭਾਨੋ, ਮੇਰੇ ਕੋਲ ਇਹ ਦੇਖਿਆ ਨਹੀਂ ਜਾਂਦਾ ਵੀ ਮੇਰੇ ਜਿਉਂਦੇ ਜੀ ਤੂੰ ਇਉਂ ਰੁਲ ਜੇ। ਹੁਣ ਤਾਂ ਨਾ ਰੱਬ ਜਾਣੇ ਚੱਕ ਲੇ, ਭਾਨੋ ਨੇ ਹੌਂਕਾ ਭਰ ਕੇ ਕਿਹਾ। ਹੁਣ ਉਹ ਇਸ ਸੰਸਾਰ ਦੇ ਉੱਪਰ ਜਿਉਂਦੀ ਵੀ ਨਹੀਂ ਰਹਿਣਾ ਚਾਹੁੰਦੀ, ਉਹ ਇਸ ਸੰਸਾਰ ਦੇ ਵਿੱਚ ਚਲੀ ਜਾਣਾ ਚਾਹੁੰਦੀ ਹੈ। ਭਾਨੋ ਉਸ ਨੇ ਸੱਚੀ ਮੁੰਡਾ ਲੈ ਕੇ ਚਲੀ ਜਾਣਾ ਹੈ। ਕਹਿੰਦੇ ਹੈ ਨਾ, ਜਾਂ ਭਾਨੋ ਰਹੂਗੀ ਇਸ ਘਰ ਜਾਂ ਮੈਂ ਜਿਉਂਦੀ, ਜਿਹਨੂੰ ਮਰਜ਼ੀ ਰੱਖ ਲੈ। ਕਹਿੰਦੀ ਵੀ ਦੋਨਾਂ ਦੇ ਵਿੱਚੋਂ ਜਾਂ ਤਾਂ ਮੈਨੂੰ ਚੁਣ ਲਾ ਜਾਂ ਉਹਨੂੰ ਚੁਣ ਲਾ, ਇਹਨਾਂ 'ਚ ਇੱਕ ਚੀਜ਼ ਰਹੂਗੀ। ਭਾਨੋ ਉਸਨੇ ਸੱਚੀ ਮੁੰਡਾ ਲੈ ਕੇ ਚਲੀ ਜਾਣਾ। ਨਰੈਣ ਇਹ ਗੱਲ ਕਹਿ ਰਿਹਾ, ਕਹਿੰਦੀ ਹੈ ਜਾਂ ਭਾਨੋ ਰਹੂਗੀ ਇਸ ਘਰ 'ਚ ਜਾਂ ਮੈਂ ਜਿਹਨੂੰ ਮਰਜ਼ੀ ਰੱਖ ਲੈ। ਭਾਨੋ ਨੇ ਨੂੰ ਜਾਣੀ ਗੱਲ ਦੀ ਸਮਝ ਹੀ ਨਾ ਲੱਗੀ। ਉਹ ਬੌਂਦਲਿਆਂ ਵਾਂਗ ਨਰੈਣ ਦੇ ਮੂੰਹ ਵੱਲ ਤੱਕਣ ਲੱਗੀ। ਜੇ ਮੁੰਡਾ ਨਾ ਹੁੰਦਾ ਮੈਂ ਸਾਲੀ ਨੂੰ ਆਖਦਾ ਜਾਂ ਜਿੱਧਰ ਮਰਜ਼ੀ ਧੱਕੇ ਖਾ, ਪਰ ਹੁਣ ਦੇਖਣਾ ਭਾਨੋ ਕੁਝ ਨਾ ਬੋਲੀ। ਇਹ ਗੱਲਾਂ ਲਗਾਤਾਰ ਨਰੈਣ ਉਸ ਨੂੰ ਕਹਿ ਰਿਹਾ। ਹੁਣ ਜਿਹੜੀ ਅਗਲੀ ਸਮੱਸਿਆ ਪੈਦਾ ਹੋ ਰਹੀ ਹੈ ਭਾਨੀ ਨੂੰ, ਇਹ ਹੈ, ਦੇਖੋ ਆ ਲਾਈਨ ਦੇ ਵਿੱਚ, ਭਾਨੋ ਦੇਖਣਾ ਚੌਂਤੇ ਵਾਲਾ ਫੱਤਾ ਹੈ ਨਾ, ਜਿਸ ਨੇ ਤੋਂ ਐਤਕੀ ਆਪਾਂ ਮੈਂ ਖਰੀਦੀ ਸੀ, ਬੜਾ ਹੀ ਚੰਗਾ ਆਦਮੀ ਹੈ, ਵਿਚਾਰੇ ਦੇ ਕੋਈ ਨਹੀਂ, ਇੱਕ ਜਵਾਨ ਮੁੰਡਾ ਸੀ, ਉਸ ਨੂੰ ਮਰੇ ਨੂੰ ਕਈ ਸਾਲ ਹੋ ਗਏ, ਭੋਏ ਵੀ ਚੰਗੀ ਹੈ। ਮੈਂ ਉਸ ਨਾਲ ਗੱਲ ਕੀਤੀ ਸੀ, ਕਹਿੰਦਾ ਸੀ ਜੇ ਭਾਨੋ ਮੰਨ ਜੇ ਤਾਂ ਉਹ ਇੱਕ ਅੱਧੀ ਵਾਰੀ ਆਪਣੇ ਘਰ ਵੀ ਆਇਆ, ਤੈਨੂੰ ਉਸਨੇ ਦੇਖਿਆ ਹੋਇਆ। ਦੇਖੋ ਵਿਦਿਆਰਥੀਓ, ਇੱਥੇ ਆ ਕੇ ਭਾਨੀ ਦਾ ਇੱਕ ਦੁਖਾਂਤ ਬਿਲਕੁਲ ਸਿਖਰ ਤੇ ਚਲਿਆ ਜਾਂਦਾ, ਬਿਲਕੁਲ ਐਂਡ ਦੇ ਉੱਪਰ ਚਲਿਆ ਜਾਂਦਾ। ਭਾਨੋ ਦਾ ਇੱਥੇ ਇੱਕ ਸੌਦਾ ਕਰ ਰਿਹਾ ਨਰੈਣ ਫੱਤੇ ਨਾਲ। ਫੱਤਾ ਇੱਕ ਨਵਾਂ ਪਾਤਰ ਇਸ ਨਾਵਲ ਦੇ ਵਿੱਚ ਆ ਕੇ ਸ਼ਾਮਲ ਹੋ ਗਿਆ। ਉਹ ਜਿਸ ਤਰ੍ਹਾਂ ਪਸ਼ੂਆਂ ਦਾ ਸੌਦਾ ਹੁੰਦਾ ਨਾ, ਜੇ ਉਹ ਤੋਂ ਮੈਂ ਲੈ ਕੇ ਆਇਆ ਸੀ ਕਹਿੰਦੇ ਆਪਾਂ, ਤੇ ਉਹ ਮੈਂ ਫੱਤੇ ਤੋਂ ਲੈ ਕੇ ਆਇਆ ਸੀ, ਫੱਤੇ ਨੇ ਤੈਨੂੰ ਚੰਗੀ ਤਰ੍ਹਾਂ ਦੇਖਿਆ ਹੋਇਆ, ਜਿਵੇਂ ਪਸ਼ੂ ਕੇ ਦੇਖਦਾ ਹੁੰਦਾ। ਕਹਿੰਦਾ ਵੀ ਉਹ ਤੈਨੂੰ ਨਾਲ ਵਿਆਹ ਕਰਾਉਣ ਲਈ ਤਿਆਰ ਹੈ ਜਾਂ ਤੈਨੂੰ ਉਹ ਲਿਜਾਣ ਦੇ ਲਈ ਆਪਣੇ ਘਰ ਤਿਆਰ ਹੈ, ਉਹਦੇ ਘਰੇ ਕੋਈ ਨਹੀਂ, ਸਿਆਣੀ ਉਮਰ ਦਾ ਬੰਦਾ, ਤੇ ਤੂੰ ਉਹਦੇ ਘਰ ਚਲੀ ਜਾ। ਨਰੈਣ ਉਹਨੂੰ ਸਲਾਹ ਦਿੰਦਾ। ਇਹ ਇੱਕ ਦੁਖਾਂਤ ਦਾ ਸਿਖਰ ਹੈ ਇਸ ਨਾਵਲ ਦੇ ਵਿੱਚ ਵਿਦਿਆਰਥੀਓ। ਦੇਖੋ ਇੱਕ ਘਰ ਤੋਂ ਦੂਸਰੇ ਘਰ ਭਾਨੀ ਲਗਾਤਾਰ ਕਿਸ ਤਰ੍ਹਾਂ ਨਾਲ ਜਾ ਰਹੀ ਹੈ। ਇਸ ਨਾਵਲ ਦੇ ਵਿੱਚ ਆ ਕੇ ਇੱਥੇ ਸਾਨੂੰ ਇੱਕ ਗੱਲ ਹੋਰ ਪਤਾ ਲੱਗਦੀ ਹੈ ਭਾਨੀ ਬਾਰੇ। ਵਿਚਾਰੀ ਭਾਨੀ ਜੋ ਕਿ ਸਮਾਜ ਦੇ ਵਿੱਚ ਰਹਿ ਰਹੀ ਹੈ ਪੂਰੀ ਇੱਜ਼ਤ ਦੇ ਨਾਲ, ਉਹ ਜਾਗਰ ਵਰਗੇ ਲੋਕਾਂ ਨੂੰ ਵੀ ਆਪਣੇ ਵੱਲ ਅੱਖ ਨਹੀਂ ਚੱਕਣ ਦਿੰਦੀ। ਉਹ ਜਿਹੜੇ ਸੀਗੇ ਸਰਬਨ ਦੇ ਭਰਾ, ਉਹਨਾਂ ਨੂੰ ਆਪਣੇ ਇੱਜ਼ਤ ਵੱਲ ਅੱਖ ਨਹੀਂ ਚੱਕਣ ਦੇ ਰਹੀ, ਪਰ ਫਿਰ ਵੀ ਉਹ ਦੁਖੀ ਹੈ ਸਮਾਜ ਦੇ ਵਿੱਚ। ਇਹੋ ਚੀਜ਼ ਨਾਵਲਕਾਰਾਂ ਨੇ ਪੇਸ਼ ਕੀਤੀ ਹੈ। ਭਾਨੋ ਦੇਖਣਾ ਚਾਹੁੰਦੇ ਵਾਲਾ ਫੱਤਾ ਹੈ ਨਾ, ਜਿਸ ਤੋਂ ਐਤਕੀ ਆਪਾਂ ਮੈਂ ਖਰੀਦੀ ਸੀ, ਬੜਾ ਹੀ ਚੰਗਾ ਆਦਮੀ ਹੈ, ਵਿਚਾਰੇ ਦੇ ਕੋਈ ਨਹੀਂ, ਇੱਕੋ ਜਵਾਨ ਮੁੰਡਾ ਸੀ, ਉਸ ਨੂੰ ਮਰੇ ਨੂੰ ਕਈ ਸਾਲ ਹੋ ਗਏ, ਭੋਏ ਵੀ ਚੰਗੀ ਹੈ। ਮੈਂ ਉਸ ਨਾਲ ਗੱਲ ਕੀਤੀ ਸੀ, ਕਹਿੰਦਾ ਸੀ ਜੇ ਭਾਨੋ ਮੰਨੇ ਤਾਂ ਇੱਕ ਅੱਧੀ ਵਾਰੀ ਆਪਣੇ ਘਰ ਵੀ ਆਇਆ, ਤੈਨੂੰ ਉਸਨੇ ਦੇਖਿਆ ਹੋਇਆ ਹੈ। ਭਾਨੋ ਦੀ ਜਿਵੇਂ ਜੀਭ ਵੀ ਠਾਕੀ ਗਈ ਹੋਏ। ਭਾਨੋ, ਮੈਨੂੰ ਇਸ ਵਿੱਚ ਕੋਈ ਲੋਭ ਲਾਲਚ ਨਹੀਂ, ਤੇਰੇ ਰਾਮ ਦੀ ਖਾਤਰੀ ਹੈ। ਇੱਥੇ ਤਾਂ ਹੁਣ ਤੇਰੀ ਜੂਨ ਖਰਾਬ ਹੀ ਹੈ। ਭਾਗਵੰਤੀ ਨੇ ਤਾਂ ਮੇਰਾ ਜਿਉਣਾ ਦੁੱਭਰ ਕਰ ਛੱਡਿਆ, ਤੂੰ ਤਾਂ ਹੈ ਹੀ ਕਿਹਦੇ ਪਾਣੀਹਾਰ। ਭਾਨੋ ਜਿਵੇਂ ਸੁੰਨ ਹੋ ਗਈ। ਉਹ ਨਾ ਹਾਂ ਕਹਿੰਦੀ ਸੀ, ਨਾ ਕਹਿੰਦੀ ਸੀ, ਬਿਟਰ ਨਰੈਣ ਦੇ ਮੂੰਹ ਵੱਲ ਝਾਕੀ ਜਾ ਰਹੀ ਸੀ। ਕੱਲ ਨੂੰ ਆਊਗਾ ਉਹ, ਮੈਂ ਕਿਹਾ ਸੀ ਭਾਨੋ ਤੋਂ ਪੁੱਛ ਕੇ ਦੱਸੂ। ਭਾਨੋ ਦੇ ਤਾਂ ਜਿਵੇਂ ਅਵਸਾਨ ਹੀ ਮਾਰੇ ਗਏ ਹੁੰਦੇ ਆ। ਭਾਨੋ ਨੂੰ ਇਹ ਜਿਹੜੀ ਖਬਰ ਸੁਣ ਕੇ ਉਹਦਾ ਦਿਲ ਬੜਾ ਦੁਖੀ ਹੋਇਆ। ਉਹ ਹੋਰ ਨੈਗੇਟਿਵ ਸੋਚਣ ਲੱਗ ਜਾਂਦੀ ਹੈ। ਦੇਖਣਾ ਭਾਨੋ, ਤੂੰ ਭਾਵੇਂ ਕਾਂ ਹੱਥ ਸੁਨੇਹਾ ਭੇਜੀ, ਮੈਂ ਤੇਰੇ ਕਿਸੇ ਗੱਲੋਂ ਨਹੀਂ ਭੱਜਿਆ ਹੋਇਆ। ਜੇ ਐਡੇ ਹਿੰਮਤ ਵਾਲਾ ਬੰਦਾ ਹੁੰਦਾ ਤਾਂ ਇਸ ਘਰ ਦੇ ਵਿੱਚ ਉਹਦੇ ਹੱਕ ਉਹਨੂੰ ਦਬਾਉਂਦਾ। ਇਹ ਤਾਂ ਨਰੈਣ ਦੀਆਂ ਕਹਿਣ ਦੀਆਂ ਗੱਲਾਂ। ਕਹਿੰਦਾ ਕਿ ਜੇ ਤੈਨੂੰ ਉੱਥੇ ਕੋਈ ਸਮੱਸਿਆ ਹੋਈ, ਕੋਈ ਦੁੱਖ ਹੋਇਆ ਨਾ, ਜਦੋਂ ਮਰਜ਼ੀ ਮੈਨੂੰ ਸੁਨੇਹਾ ਭੇਜਦੀ, ਮੈਂ ਕਹਿੰਦਾ ਕਿ ਭੱਜ ਆਊਂਗਾ ਤੇਰੇ ਵੱਲ। ਨਾਲੇ 14 ਕਿਹੜਾ ਦੂਰ ਹੈ, ਮੈਂ ਆਪ ਵੀ ਗੇੜਾ ਮਾਰਦਾ ਰਹੂੰ। ਉਹ ਫੱਤਾ ਬੰਦਾ ਵੀ ਬਾਹਲਾ ਹੀ ਨੇਕ ਹੈ, ਨਾਲੇ ਹੁਣ 50 ਨੂੰ ਢੋਕੇ ਉਹ ਮਾੜਾ ਹੋਊਗਾ ਵੀ ਕੀ। ਭਾਨੋ ਨੇ ਕੋਈ ਉੱਤਰ ਨਾ ਦਿੱਤਾ। ਭਾਨੋ ਜੀ ਬੁਰਾ ਨਾ ਕਰੀ, ਜੇ ਮੁੰਡਾ ਨਾ ਹੁੰਦਾ ਫੇਰ ਨਹੀਂ ਸੀ ਮੈਂ ਕਦੇ ਉਹਦੇ ਪਰਵਾਹ ਕਰਦਾ, ਨਾਲੇ ਚਾਹੁੰਦੇ ਨੂੰ ਤੂੰ ਇੱਥੇ ਨਾਲੋਂ ਤਾਂ ਸੁਖੀ ਰਹੇਗੀ। ਬਾਕੀ ਭਾਨੋ, ਬੰਦੇ ਦੇ ਕੁਛ ਅਖਤਿਆਰ ਨਹੀਂ ਹੁੰਦਾ, ਜਿੱਥੇ ਦਾ ਅੰਨ ਜਲ ਚੁਗਣਾ, ਹੋਰ ਹਰ ਹੀਲੇ ਚੁਗਣਾ ਹੀ ਹੈ। ਕਹਿੰਦਿਆਂ ਨਰੈਣ ਨੇ ਗੁੰਮ ਸੁੰਮ ਬੈਠੀ ਭਾਨੋ ਦਾ ਮੋਢਾ ਥਾਪੜਿਆ ਤੇ ਪੌੜੀ ਲੈ ਗਿਆ। ਸੋ ਵਿਦਿਆਰਥੀਓ, ਇਸ ਨਾਵਲ ਦੇ ਵਿੱਚ ਇੱਥੇ ਆ ਕੇ ਅਸੀਂ ਦੇਖਦੇ ਹਾਂ ਕਿ ਨਾਵਲ ਬਿਲਕੁਲ ਸਿਖਰ ਤੇ ਪਹੁੰਚ ਜਾਂਦਾ ਹੈ। ਭਾਨੀ ਨੂੰ
ਇੱਕ ਹੋਰ ਦੁਖਾਂਤ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਨੀ ਨੂੰ ਇੱਕ ਹੋਰ ਘਟਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਘਟਨਾ ਬੜੀ ਹੀ ਉਹਨੂੰ ਉਹਦੇ ਜੀਵਨ ਦੇ ਵਿੱਚ ਦੁਖਦਾਈ ਹੈ। ਉਹਦਾ ਇੱਕ ਵਾਰੀ ਫਿਰ ਅੱਗੇ ਸੌਦਾ ਕਰ ਲਿਆ। ਚੌਂਦੇ ਦਾ ਇੱਕ ਬੰਦਾ ਹੈਗਾ ਫੱਤਾ, ਇਸ ਨਾਵਲ ਦੇ ਵਿੱਚ ਨਵਾਂ ਕਰੈਕਟਰ ਆਇਆ, ਉਹਦੇ ਘਰ ਤੋਰਨਾ ਚਾਹੁੰਦਾ ਨਰੈਣ ਉਹਨੂੰ ਬਹਾਨੇ ਦੇ ਨਾਲ। ਉਹ ਭਾਗਵੰਤੀ ਦੇ ਕਹਿਣ ਦੇ ਉੱਪਰ ਇਹ ਗੱਲ ਕਰ ਰਿਹਾ ਹੈਗਾ। ਭਾਗਵੰਤੀ ਦੇ ਕਹਿਣ ਦੇ ਉੱਪਰ ਇਹ ਚੀਜ਼ ਉਹਨੂੰ ਉਹਦੇ ਮਨ ਦੇ ਵਿੱਚ ਜਚੀ ਹੈ ਔਰ ਉਹਦੀ ਇੱਕ ਪਸ਼ੂਆਂ ਦੀ ਤਰ੍ਹਾਂ ਸੌਦਾ ਕਰਦਾ ਹੈ, ਜਿਸ ਤਰ੍ਹਾਂ ਨਾਵਲਕਾਰਾਂ ਨੇ ਦਿਖਾਇਆ ਵੀ ਹੈ। ਜਿਵੇਂ ਮੱਝ ਦਾ ਵਪਾਰ ਕਰਦਾ ਉਹਦੇ ਘਰੋਂ ਅਸੀਂ ਮੱਝ ਲੈ ਕੇ ਆਏ ਸੀ, ਉਸੇ ਤਰ੍ਹਾਂ ਦੇ ਨਾਲ ਉਹਦੇ ਘਰ ਇਹਨੂੰ ਭੇਜਣਾ ਚਾਹੁੰਦਾ ਪਸ਼ੂ ਦੀ ਤਰ੍ਹਾਂ। ਔਰ ਉਹਦੀ ਸਥਿਤੀ ਜਿਹੜੀ ਸਮਾਜ ਦੇ ਵਿੱਚ ਹੈਗੀ ਪਸ਼ੂਆਂ ਵਰਗੀ, ਇਦੋਂ ਵੀ ਬਦਤਰ ਹੋ ਗਈ ਹੈ। ਉਹਨੂੰ ਕੋਈ ਢੋ ਨਹੀਂ ਦੇ ਰਿਹਾ, ਉਹਦਾ ਵੀ ਆਪਣਾ ਘਰ ਨਹੀਂ ਹੈਗਾ, ਉਹਦੀ ਆਪਣੀ ਕੋਈ ਸਮਾਜ ਦੇ ਵਿੱਚ ਹੋਂਦ ਨਹੀਂ ਹੈਗੀ। ਇਹ ਚੀਜ਼ਾਂ ਨਾਵਲਕਾਰਾਂ ਨੇ ਇਸ ਕਾਂਡ ਦੇ ਵਿੱਚ ਆ ਕੇ ਦੱਸੀਆਂ। ਸੋ ਵਿਦਿਆਰਥੀਓ, ਇਸ ਕਾਂਡ ਨੂੰ ਬੜੇ ਧਿਆਨ ਨਾਲ ਕਰਨਾ। ਤੁਸੀਂ ਛੋਟੇ ਕੁਐਸਚਨ ਵੀ ਇਹਦੇ ਚੋਂ ਬਹੁਤ ਸਾਰੇ ਨਿਕਲ ਰਹੇ ਆ ਵੀ ਜਿਹੜਾ ਅਗਲਾ ਕਰੈਕਟਰ ਕਿਹੜਾ ਜਾਂ ਅਗਲਾ ਕਿਹੜਾ ਇਨਸਾਨ ਹੈ ਜਿਹਦੇ ਘਰ ਜਿਹਦੇ ਘਰ ਭਾਨੀ ਨੂੰ ਤੋਰਨ ਦੀ ਗੱਲ ਕੀਤੀ ਜਾ ਰਹੀ, ਉਹ ਫੱਤਾ ਹੈ, ਉਹਦਾ ਪਿੰਡ ਹੈਗਾ ਚੌਂਦੇ। ਸੋ ਇਹਨਾਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਹੈ। ਭਾਗਵੰਤੀ ਦੀ ਜਿਹੜੇ ਕਰੈਕਟਰ ਹੈਗਾ ਉਹਦੇ ਸੁਭਾਅ ਦੀਆਂ ਗੱਲਾਂ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਕਲੀਅਰ ਹੋ ਗਈਆਂ। ਨਰੈਣ ਦੇ ਸੁਭਾਅ ਦੀਆਂ ਗੱਲਾਂ ਵੀ ਬਹੁਤ ਸਾਰੀਆਂ ਕਲੀਅਰ ਹੋ ਗਈਆਂ। ਡਰੂ ਬੰਦਾ ਹੈਗਾ ਇਨਸਾਨ, ਡਰਨ ਵਾਲਾ ਇਨਸਾਨ ਹੈਗਾ, ਆਪਣੇ ਬਾਰੇ ਸੋਚਦਾ, ਆਪਣੇ ਅਮਲ ਬਾਰੇ ਸੋਚਦਾ, ਆਪਣੀ ਘਰ ਬਾਰੇ ਸੋਚਦਾ, ਆਪਣੇ ਬਾਰੇ ਸੋਚਦਾ, ਪਰ ਉਦੋਂ ਭਾਨੀ ਨੇ ਜੋ ਕੁਝ ਦਿੱਤਾ ਹੈਗਾ ਉਹਦੇ ਬਾਰੇ ਬਿਲਕੁਲ ਨਹੀਂ ਸੋਚਦਾ, ਉਹਦੇ ਫਾਇਦੇ ਬਾਰੇ ਕੋਈ ਗੱਲ ਨਹੀਂ ਸੋਚਦਾ, ਬਿਲਕੁਲ ਉਹਦੇ ਉਲਟ ਗੱਲਾਂ ਸੋਚਦਾ ਹੈ। ਇਹ ਨਰੈਣ ਦੀ ਵੀ ਕਰੈਕਟਰ ਆ ਕੇ ਇੱਥੇ ਕਾਫੀ ਹੱਦ ਤੱਕ ਕਲੀਅਰ ਹੋ ਜਾਂਦਾ ਹੈ। ਹਰੀਆ ਹੋ ਗਿਆ, ਨਰੈਣ ਹੋ ਗਿਆ, ਭਾਗਵੰਤੀ ਹੋ ਗਈ, ਜਾਂ ਇਸ ਨਾਵਲ ਦੇ ਵਿੱਚ ਜਿਹੜੀਆਂ ਔਰਤ ਪਾਤਰਾਂ ਦਿਆਲੋ ਹੋ ਗਈ, ਨਾਲ ਹੀ ਬਚਨੀ ਹੋ ਗਈ, ਇਹ ਸਾਰੀਆਂ ਕਿਤੇ ਨਾ ਕਿਤੇ ਭਾਨੀ ਦੇ ਖਿਲਾਫ ਖੜੀਆਂ, ਭਾਨੀ ਦੇ ਅਗੇਂਸਟ ਖੜੀਆਂ। ਭਾਨੀ ਨੂੰ ਜਿਉਣਾ ਦੁੱਭਰ ਕਰ ਦਿੱਤਾ ਇਹਨਾਂ ਲੋਕਾਂ ਨੇ। ਦੂਸਰੇ ਪਾਸੇ ਸੰਤੀ ਹੋ ਗਈ, ਜਾਂ ਉਹਦਾ ਜਿਹੜਾ ਪਹਿਲਾ ਪਤੀ ਸੀਗਾ ਸਰਵਣ, ਇਹ ਕਿਤੇ ਨਾ ਕਿਤੇ ਸੁੱਖ ਪਹੁੰਚਾਉਂਦੇ ਹੈਗੇ ਆ ਭਾਨੂ ਨੂੰ। ਭਾਨੂ ਇਹਨਾਂ ਦੇ ਨਾਲ ਗੱਲ ਕਰਕੇ ਵੀ ਸੁਖੀ ਹੈ, ਇਹਨਾਂ ਨਾਲ ਜੀਵਨ ਗੁਜ਼ਾਰ ਕੇ ਵੀ ਸੁਖੀ ਹੈ। ਸੋ ਵਿਦਿਆਰਥੀਓ, ਅੱਜ ਦਾ ਆਪਾਂ ਲੈਕਚਰ ਇੱਥੇ ਹੀ ਖਤਮ ਕਰਦੇ ਹਾਂ। ਆਉਣ ਵਾਲੇ ਲੈਕਚਰਾਂ ਦੇ ਵਿੱਚ ਅੱਗੇ ਆਪਾਂ ਗੱਲ ਕਰਾਂਗੇ।